ਵਸਾਥ ਡੰਡੋਤ ਬੰਦ ਨਾਨਕ ਬਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਕਾਮ ਕ੍ਰੋਧ ਲੋਭ ਝੂਠ ਨੰਦਾ ਇੰਤ ਆਪ ਛਡਾਵੋ ਇਹ ਭੀਤਰ ਤੇ ਇਨਕੋ ਡਾਰੋ आपन निकट बलाव अपनी भेद आप जनाव धन धन महापुरख बाबा सिलवरा साहिब जी बाबा डोगर महाबली जी तिन्हां दे पवित्र स्थानां ते गुरु प्यारी साध संगत सतगुरु साहिब श्री गुरु ग्रंथ साहिब महाराज जी की अपार किरपा द्वारा जो ਅੰਮ੍ਰਿਤ ਵੇਲੇ ਪਵਿੱਤਰ ਗੁਰਬਾਣੀਆਂ ਦੀ ਵਿਚਾਰ ਉਪਰੰਤ ਸਤਿਗੁਰੂ ਜੀ ਇਸ ਬਾਣੀ ਦੀ ਵਿਚਾਰ ਦੀ ਬਖਸ਼ਿਸ਼ ਕਰਦੇ ਹਨ। ਆਓ ਕੁਝ ਲਾਹਾ ਲੈਣ ਤੋਂ ਪਹਿਲਾਂ ਨਿਮਾਣੇ ਨਿਤਾਣੇ ਅਣਜਾਣ ਜੀਵ ਦੀ ਹਾਜ਼ਰੀ ਪ੍ਰਵਾਨ ਕਰਨੀ। ਸਤਿਗੁਰੂ ਸਮਤ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਜੀਓ, ਗੁਰੂ ਕਿਰਪਾ ਅਨੁਸਾਰ ਪਿਛਲਿਆਂ ਸਮਿਆਂ ਤੋਂ ਜੋ ਚੱਲ ਰਹੀ ਲਗਾਤਾਰ ਗੁਰਬਾਣੀ ਦੀ ਵਿਚਾਰ ਅਨੁਸਾਰ ਅੱਜ ਦਾ ਜੋ ਫਰਮਾਨ ਹੈ ਪੰਨਾ 1079 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਮਾਰੂ ਸੋਹਲੇ ਮਹੱਲਾ ਪੰਜਵਾਂ। ਆਪ ਜੀ ਨੇ ਕੱਲ੍ਹ ਤੋਂ ਇਹ ਸ਼ਬਦ ਦੀ ਵਿਚਾਰ ਕੁਝ ਸਰਵਣ ਕੀਤੀ ਹੈ। 8 ਨੰਬਰ ਤੱਕ ਭਾਵ 8 ਪਦਿਆਂ ਤੱਕ 9ਵੇਂ ਤੋਂ ਪਦੇ ਤੋਂ ਇਹ ਵਿਚਾਰ ਆਰੰਭ ਹੋ ਰਹੀ ਹੈ। ਸਤਿਗੁਰੂ ਕਿਰਪਾ ਕਰਨ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਮਾਰੂ ਰਾਗ ਦੇ ਵਿੱਚ ਇਹ ਉਚਾਰਨ ਕੀਤੀ ਹੋਈ ਰਚਨਾ ਸਾਡੇ 'ਤੇ ਪਰਉਪਕਾਰ ਕਰਦੇ ਹੋਏ ਕਿਰਪਾ ਕਰਦੇ ਹਨ। ਸੋ ਉਚਾਰਨ ਕਰੀਏ। ਗੁਰੂ ਕਿਰਪਾ ਕਰਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੇ ਮਨ ਉਠਾ ਪ੍ਰਭ ਆਪਣਾ ਪੂਰੇ ਕਰਮ ਗੁਰ ਕਾ ਜਪ ਜਪਨਾ। ਸਤਿਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਭਾਈ ਜਿਸ ਪੁਰਸ਼ ਦੇ ਮਨ ਵਿੱਚ ਆਪਣਾ ਪ੍ਰਭੂ ਮਾਲਕ ਵਸਿਆ ਹੈ ਉਸ ਪੂਰੇ ਕਰਮਾਂ ਵਾਲੇ ਨੇ ਗੁਰੂ ਦਾ ਜਪ ਜਪਣਾ ਕੀਤਾ ਹੈ, ਕਿਉਂਕਿ ਜਿਹਦੇ ਹਿਰਦੇ ਵਿੱਚ ਉਹਦਾ ਧਿਆਨ ਹੈ ਉਹੀ ਉਹਦਾ ਨਾਂ ਲਵੇਗਾ। ਕਿਸੇ ਸੱਜਣ ਮਿੱਤਰ ਰਿਸ਼ਤੇਦਾਰ ਦਾ, ਕਿਸੇ ਪਰਿਵਾਰ ਦੇ ਜੀਅ ਦਾ ਜਿਹਦਾ ਬਹੁਤਾ ਪਿਆਰ ਹੋਵੇਗਾ ਅਤੇ ਮਨੁੱਖ ਉਹਦਾ ਹੀ ਵਾਰ-ਵਾਰ ਜ਼ਿਕਰ ਕਰਦਾ ਹੈ। ਅਤੇ ਸਤਿਗੁਰਾਂ ਦਾ ਫਰਮਾਨ ਆਸਾ ਜੀ ਦੀ ਵਾਰ ਵਿੱਚ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾ। ਜਿਹੜੀ ਮਨੁੱਖ ਦੇ ਅੰਦਰ ਕੋਈ ਵਿਚਾਰ ਹੋਵੇ ਉਹੀ ਬਾਹਰ ਪ੍ਰਗਟ ਹੁੰਦੀ ਹੈ। ਉਹਦੀ ਵਾਰ-ਵਾਰ ਗੱਲ ਕਰੇਗਾ, ਉੱਧਰ ਧਿਆਨ ਜਾਵੇਗਾ। ਇਸੇ ਤਰ੍ਹਾਂ ਜਿਹਦੇ ਅੰਦਰ ਪਰਮੇਸ਼ਰ ਦਾ ਧਿਆਨ ਹੈ ਅਤੇ ਉਹੀ ਨਾਮ ਉਹਦਾ ਜਪਦਾ ਹੈ। ਜਿਹਦਾ ਧਿਆਨ ਹੋਰ ਪਾਸੇ ਹੈ ਉਹਨੂੰ ਫਿਰ ਕੋਈ ਸਮਾਂ ਪ੍ਰਾਪਤ ਨਹੀਂ ਹੁੰਦਾ। ਕਿਤੇ ਕਿਸੇ ਦੇ ਕਹਿ ਕਾ 1-2 ਵਾਰ ਕਹਿ ਵੀ ਦੇਵੇ ਅਤੇ ਉਹਨੂੰ ਉਹਦੇ ਵਿੱਚੋਂ ਰਸ ਨਹੀਂ ਆਉਂਦਾ, ਕੋਈ ਮਨ ਜੁੜਦਾ ਨਹੀਂ। ਉਹ ਚਾਹੁੰਦਾ ਹੈ ਇੱਥੋਂ ਮੈਂ ਹੁਣ ਪਾਸੇ ਚਲਿਆ ਜਾਵਾਂ ਜਾਂ ਸਮਾਪਤੀ ਹੋ ਜਾਵੇ। ਅਤੇ ਜਿਹਦੇ ਧਿਆਨ ਵਿੱਚ ਉਹ ਪਰਮੇਸ਼ਰ ਵਸਦਾ ਹੈ, ਜਿਹਦਾ ਧਿਆਨ ਉੱਧਰ ਹੈ, ਉਹਦੇ ਮਨ ਵਿੱਚ ਇਹ ਹੁੰਦਾ ਕਿ ਸਮਾਂ ਮੁੱਕੇ ਨਾ। ਜਿਵੇਂ ਭਾਈ ਗੁਰਦਾਸ ਜੀ ਕਥਨ ਕਰਦੇ ਹਨ ਕਿ ਜਿੱਦਣ ਮੇਰੇ ਪਿਆਰੇ ਦੇ ਮਿਲਣ ਦਾ ਸਮਾਂ ਹੋਵੇ ਪਰਮੇਸ਼ਰ ਕਿਰਪਾ ਕਰੋ ਰਾਤ ਵੱਡੀ ਕਰ ਦੇ ਕਿ ਵੱਧ ਤੋਂ ਵੱਧ ਮੈਂ ਉਹਦੇ ਦਰਸ਼ਨ ਕਰ ਲਵਾਂ, ਲਾਹਾ ਪ੍ਰਾਪਤ ਕਰ ਲਵਾਂ। ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਭਾਈ ਜੀ ਦੇ ਅੰਦਰ ਉਹਦਾ ਧਿਆਨ ਹੈ ਉਹੀ ਉਹਨੂੰ ਯਾਦ ਕਰਦਾ ਹੈ। ਅਤੇ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਵੀ ਹੋ ਕਿ ਅੱਜ ਜਿਹੜਾ ਜੋੜ ਮੇਲਾ ਬਹੁਤ ਭਾਰੀ ਮਨਾਇਆ ਜਾ ਰਿਹਾ ਹੈ ਸਿੱਖ ਜਗਤ ਵਿੱਚ। 9ਵੇਂ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ 'ਤੇ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਅੰਦਰ
ਜਿਹਦਾ ਪੁਰਾਣਾ ਨਾਂ ਬਾਂਕਾ ਵਾਲਾ ਇਤਿਹਾਸ ਵਿੱਚ ਦੱਸਿਆ ਹੈ। ਬਾਅਦ ਵਿੱਚ ਬਕਾਲਾ ਕਹਿਣ ਲੱਗ ਪਏ ਅਤੇ ਮਹਾਰਾਜ ਦੇ ਉੱਥੇ ਰਹਿਣ ਕਰਕੇ ਉਹ ਜਿਹੜਾ ਸਥਾਨ ਸੀ ਉੱਥੇ ਮਹਾਰਾਜ ਜੀ ਦਾ ਨਾਨਕਾ ਪਿੰਡ ਹੈ ਬਾਬਾ ਬਕਾਲਾ ਜਿਹੜਾ ਹੈ। ਅਤੇ ਉਹ ਜਦੋਂ 8ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ ਬਾਬਾ ਵਸੇ ਬਕਾਲੇ, ਉਸ ਦਿਨ ਤੋਂ, ਕਿਉਂਕਿ ਉਹਨਾਂ ਦੇ ਬਾਬਾ ਜੀ ਲੱਗਦੇ ਸਨ, ਦਾਦਾ ਜੀ ਲੱਗਦੇ ਸਨ, ਅਤੇ ਉਸ ਦਿਨ ਤੋਂ ਇਹਨੂੰ ਬਾਬਾ ਬਕਾਲਾ ਕਹਿਣ ਲੱਗ ਪਏ। ਪੁਰਾਣਾ ਨਾਂ ਇਹਦਾ ਇਤਿਹਾਸ ਵਿੱਚ ਬਾਂਕਾ ਵਾਲਾ ਕਿਹਾ ਹੈ, ਫਿਰ ਬਕਾਲਾ ਹੋ ਗਿਆ, ਫਿਰ ਬਾਬਾ ਬਕਾਲਾ ਕਹਿਣ ਲੱਗ ਪਏ। ਅਤੇ ਗੁਰੂ ਕੀ ਸਾਧ ਸੰਗਤ ਉੱਥੇ ਇੱਕ 6ਵੇਂ ਪਾਤਸ਼ਾਹ ਜੀ ਦਾ ਐਸਾ ਪਿਆਰਾ ਸਿੱਖ ਹੈ ਜਿਹਦਾ ਨਾਂ ਭਾਈ ਮਹਿਰਾ ਦੱਸਿਆ ਹੈ। ਉਹ ਭਾਈ ਮਹਿਰੇ ਨੇ ਆਪਣਾ ਨਵਾਂ ਘਰ ਤਿਆਰ ਕੀਤਾ ਅਤੇ ਮਨ ਵਿੱਚ ਆਸ ਹੈ ਕਿ ਪਹਿਲਾਂ ਇੱਥੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਆਪਣੇ ਚਰਨ ਪਾਉਣਗੇ ਅਤੇ ਫਿਰ ਮੈਂ ਘਰ ਵਿੱਚ ਰਿਹਾਇਸ਼ ਕਰਨੀ ਹੈ, ਉਹਨਾਂ ਚਿਰ ਮੈਂ ਇਹਦੇ ਵਿੱਚ ਰਿਹਾਇਸ਼ ਨਹੀਂ ਕਰਨੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਜਿਹਦੇ ਅੰਦਰ ਇਹ ਆਸ ਹੋਵੇ, ਜਿਹਦੇ ਅੰਦਰ ਉਹਦੀ ਯਾਦ ਵੱਸਦੀ ਹੈ, ਉਹੀ ਉਹਨੂੰ ਯਾਦ ਕਰਦਾ ਹੈ। ਇਸ ਕਰਕੇ ਸਤਿਗੁਰਾਂ ਨੇ 6ਵੇਂ ਪਾਤਸ਼ਾਹ ਜੀ ਉੱਥੇ ਚਰਨ ਪਾਏ ਅਤੇ 9ਵੇਂ ਪਾਤਸ਼ਾਹ ਜੀ ਵੀ ਆਪਣੀ ਮਾਤਾ ਜੀ ਦੇ ਸਮੇਤ ਉੱਥੇ ਕਾਫੀ ਸਮਾਂ ਰਹੇ, ਉਸ ਧਰਤੀ ਨੂੰ ਪਵਿੱਤਰ ਕੀਤਾ। ਹੁਣ ਇੱਥੇ ਵਿਦਵਾਨਾਂ ਦੀਆਂ ਕੁਝ ਰਾਇਆਂ ਵੱਖ-ਵੱਖ ਤਰੀਕਾਂ ਹਨ, ਪਰ ਜੋ ਪੰਥ ਦੇ ਮਹਾਨ ਵਿਦਵਾਨ ਸਿੰਘ ਸਾਹਿਬ ਜੀ ਦੀ ਵਿਚਾਰ ਅਨੁਸਾਰ ਇਹ ਬਚਨ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ 8ਵੇਂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਸੰਸਾਰ ਦੇ ਜੀਵਾਂ ਨੂੰ ਤਾਰਨਾ ਕੀਤਾ, ਛੋਟੀ ਅਵਸਥਾ ਦੇ ਵਿੱਚ ਹੀ ਉਹ ਸਾਰੀ ਸ਼ਕਤੀ ਵਰਤਾਈ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋ ਮਰਜ਼ਾਦਾ ਚੱਲ ਰਹੀ ਹੈ ਅਤੇ ਉਹਦੇ ਅਨੁਸਾਰ ਗੁਰੂ ਕੀ ਸਾਧ ਸੰਗਤ ਜਦੋਂ ਸਮਾਂ ਵੇਖਿਆ ਕਿ ਹੁਣ ਇਹ ਸਰੀਰ ਨੂੰ ਤਿਆਗਣਾ ਹੈ, ਅਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ 21 ਫਰਵਰੀ 1664 ਦਾ ਸਮਾਂ ਦੱਸਿਆ ਹੈ। ਅਤੇ ਮਹਾਰਾਜ ਜੀ ਨੇ ਸੁਤੇ ਸਿਧ ਆਪਣੇ ਪਰਿਵਾਰ ਵਿੱਚ ਬਚਨ ਚਲਾਇਆ ਕਿ ਅਸਾਂ ਸੰਸਾਰ ਨੂੰ ਹੁਣ ਛੱਡ ਜਾਣਾ ਹੈ। ਅਤੇ ਅੱਗੋਂ ਮਾਤਾ ਜੀ ਨੇ ਕਿਹਾ, ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਕਹਿਣ ਲੱਗੇ, ਨਹੀਂ ਅਜੇ ਤਾਂ ਤੁਸੀਂ ਥੋੜ੍ਹਾ ਹੀ ਕੋਈ ਦੁਨੀਆ ਦਾ ਜਿਹੜਾ ਰੰਗ ਰਾਗ ਵੇਖਿਆ, ਦੁਨੀਆ ਦਾ ਭਲਾ ਕਰ ਰਹੇ ਹੋ, ਅਤੇ ਹੋਰ ਸਮਾਂ ਕੁਝ ਸੰਸਾਰ ਦੇ ਜੀਵਾਂ ਨੂੰ ਧਾਰਨਾ ਕਰੋ, ਦੁਨੀਆ ਦੇ ਰੰਗ ਵੇਖੋ, ਪਰਉਪਕਾਰ ਕਰੋ। ਪਰ ਉਹਨਾਂ ਕਿਹਾ ਜੋ ਪਰਮੇਸ਼ਰ ਦਾ ਹੁਕਮ ਹੈ ਉਹ ਸੱਚ ਹੈ, ਮੰਨਣਾ ਚਾਹੀਦਾ ਹੈ। ਅਤੇ ਇਸ ਕਰਕੇ ਗੁਰੂ ਕੀ ਸਾਧ ਸੰਗਤ ਉਹ ਜਿਹੜਾ ਸਮਾਂ ਜਿਤਨੇ ਵਿਚਾਰ ਚੱਲੀ 21 ਫਰਵਰੀ ਹੈ ਅਤੇ 25 ਫਰਵਰੀ ਨੂੰ ਸਤਿਗੁਰਾਂ ਨੇ ਇਹ ਬਚਨ ਕਹਿ ਦਿੱਤਾ ਕਿ ਅਸਾਂ ਨੇ ਇਹ ਸੰਸਾਰ ਤੋਂ ਆਪਣਾ ਸਰੀਰ ਤਿਆਗ ਦੇਣਾ ਹੈ। ਇਹ ਬਚਨ ਅਟੱਲ ਹੈ ਪਰਮੇਸ਼ਰ ਦਾ। ਅਤੇ 29 ਫਰਵਰੀ ਨੂੰ ਗੁਰਗੱਦੀ ਦੀ ਜਿਹੜੀ ਰਸਮ ਸੀ ਉਹ ਇੱਕ ਭੱਲਿਆਂ ਦੇ ਵਿੱਚੋਂ ਮਹਾਂਪੁਰਖ ਹੋਏ ਹਨ। ਗੁਰੂ ਅਮਰਦਾਸ ਜੀ ਦੀ ਵੰਸ਼ ਵਿੱਚੋਂ, ਇੱਕ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ, ਇਸ ਪ੍ਰਕਾਰ ਇੱਕ ਹੋਰ ਪ੍ਰੇਮੀ ਹੈ। ਤਿੰਨਾਂ ਜਾਣਿਆਂ ਦਾ ਇਹ ਜਿਹੜਾ ਸੀ ਫਰਜ਼ ਉਹਨਾਂ ਦੇ ਜੁੰਮੇ ਲਾਇਆ ਕਿ ਤੁਸਾਂ ਇਹ ਗੁਰਗੱਦੀ ਦੀ ਜਿਹੜੀ ਰਸਮ ਹੈ, ਜਦੋਂ ਸੰਗਤ ਨੇ ਕਿਹਾ ਮਹਾਰਾਜ ਆਪ ਜੀ ਤੋਂ ਬਾਅਦ ਅਸੀਂ ਹੁਣ ਨਾਵੇਂ ਥਾਂ ਕਿਹਨੂੰ ਗੁਰੂ ਮੰਨਾਂਗੇ, ਅਤੇ ਉਸ ਵੇਲੇ ਮਹਾਰਾਜ ਜੀ ਨੇ ਇਹ 8ਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਸੀ, ਬਾਬਾ ਵਸੇ ਬਕਾਲੇ ਬਨ ਗੁਰ ਸੰਗਤ ਸਗਲ ਸੰਭਾਲੇ, ਕਿ ਜਿਹੜੇ ਬਾਬਾ ਜੀ ਵਸਦੇ ਹਨ ਬਕਾਲੇ ਦੇ ਵਿੱਚ ਉਹ ਹੁਣ ਗੁਰੂ ਹੋਣਗੇ ਸਾਡੇ ਤੋਂ ਬਾਅਦ। ਇਹ ਇੱਕ ਸਮੁੱਚੇ ਤੌਰ 'ਤੇ ਉਹਨਾਂ ਨੇ ਇਸ਼ਾਰਾ ਕਰ ਦਿੱਤਾ, ਰਮਜ਼ ਦੱਸ ਦਿੱਤੀ। ਅਤੇ ਉੱਧਰੋਂ ਉਹਨਾਂ ਨੇ ਜਿਹੜੀ ਗੁਰਗੱਦੀ ਦੀ ਰਸਮ ਸੀ, ਮਹਾਰਾਜ ਜਾਣਦੇ ਸਨ ਸਭ ਦੀ ਹਾਲਤ ਮੰਨਦੇ, ਉਹਨਾਂ ਦੀ ਇਹ ਡਿਊਟੀ ਲਾ ਦਿੱਤੀ ਕਿ ਤੁਸਾਂ ਨੇ ਜਾ ਕੇ ਬਾਬੇ ਬਕਾਲੇ ਗੁਰਗੱਦੀ ਦੀ ਰਸਮ ਇਹ ਜਿਹੜੀ ਹੈ ਕਰਨੀ ਹੈ। ਅਤੇ ਉਸ ਵੇਲੇ ਗੁਰੂ ਕੀ ਸਾਧ ਸੰਗਤ ਜਦੋਂ ਉਹਨਾਂ ਨੇ ਸਮਾਂ ਵੇਖਿਆ ਕਿ ਅੱਗੇ ਜਿਹੜੇ ਇਹ ਬਚਨ ਸੁਣ ਕੇ ਸੋਢੀਆਂ ਦੇ ਵਿੱਚੋਂ 22 ਲੋਕ ਜਿਹੜੇ ਮੰਜੀਆਂ ਡਾਹ ਕੇ ਬਹਿ ਗਏ, ਜਿਨ੍ਹਾਂ ਵਿੱਚੋਂ ਮੁੱਖ ਧੀਰਮਲ ਹੈ, ਜਿਹਦੇ ਕੋਲ 5ਵੇਂ ਪਾਤਸ਼ਾਹ ਜੀ ਦਾ ਲਿਖਾਇਆ ਹੋਇਆ ਭਾਈ ਗੁਰਦਾਸ ਜੀ ਦੇ ਕੋਲੋਂ ਮਹਾਰਾਜ ਦਾ ਸਰੂਪ ਹੈ। ਅਤੇ ਉਸ ਵੇਲੇ ਉਹਦੇ ਕੋਲ ਹੋਣ ਕਰਕੇ ਉਹ ਆਪਣੇ ਆਪ ਨੂੰ ਸਭ ਤੋਂ ਵੱਡਾ ਕਹਾਉਂਦਾ ਸੀ ਕਿ ਸਾਰੇ ਸੋਢੀਆਂ 'ਚੋਂ ਮੈਂ ਸਤਿਕਾਰਯੋਗ ਹਾਂ, ਮੈਂ ਇਹਦਾ ਹੱਕਦਾਰ ਹਾਂ। ਇਸ ਪ੍ਰਕਾਰ ਦੂਜੇ ਵੀ ਕਹਿਣ ਲੱਗੇ ਅਸੀਂ ਵੀ
ਸੋਢੀਆਂ ਦੇ ਵਿੱਚੋਂ ਆ। ਕੋਈ ਵੀ ਆਉਂਦਾ ਹੈ ਤਾਂ ਉਹਨੂੰ ਆਪਣੇ ਵੱਲ ਖਿੱਚਦੇ ਹਨ। ਸੋ ਗੁਰੂ ਕੀ ਸਾਧ ਸੰਗਤ, ਉਹ ਜਿਹੜੇ ਪ੍ਰੇਮੀ ਸਨ ਗੁਰਗੱਦੀ ਦੀ ਰਸਮ ਜਿਨ੍ਹਾਂ ਨੇ ਕਰਨੀ ਸੀ, ਆ ਕੇ ਉਹਨਾਂ ਸੋਚਿਆ ਕਿ ਜੇ ਹੁਣ ਛੇਤੀ ਅਸੀਂ ਕੋਈ ਐਸਾ ਕਦਮ ਚੁੱਕੀਏ ਤਾਂ ਇਹਨਾਂ ਨੇ ਰੌਲਾ ਪਾ ਦੇਣਾ, ਈਰਖਾ ਵੱਧ ਜਾਣੀ ਹੈ। ਇਸ ਗੱਲ ਨੂੰ ਵਿਚਾਰਦਿਆਂ ਹੋਇਆਂ ਕੁਝ ਸਮਾਂ ਲੰਘ ਗਿਆ। ਸਮੇਂ ਨੂੰ ਵੇਖਦੇ ਰਹੇ ਕਦੋਂ ਸਮਾਂ ਮਿਲੇ ਅਤੇ ਗੁਰੂ ਜੀ ਦਾ ਹੁਕਮ ਪੂਰਾ ਹੋਵੇ। ਅਤੇ ਗੁਰੂ ਕੀ ਸਾਧ ਸੰਗਤ ਉਸ ਵੇਲੇ ਜਿਹੜਾ ਉਹ ਸਿੰਘ ਸਾਹਿਬ ਦੇ ਕਹਿਣ ਦੇ ਮੁਤਾਬਕ ਬਚਨ ਹੈ, ਕਿਉਂਕਿ ਉਹਨਾਂ ਨੇ ਅੰਮ੍ਰਿਤਸਰ ਸਾਹਿਬ ਤੋਂ, ਮੰਜੀ ਸਾਹਿਬ ਤੋਂ ਇਹ ਕਥਾ ਦੇ ਵਿੱਚ ਬਚਨ ਸਾਰਾ ਦੱਸਿਆ ਸੀ ਪੁਰਾਤਨ ਸਮੇਂ ਵਿੱਚ। ਅਤੇ ਫਿਰ ਉਸ ਵੇਲੇ ਦੱਸਿਆ ਜਾਂਦਾ ਹੈ ਕਿ ਸਮਾਂ ਆਇਆ ਉੱਧਰ ਮੱਖਣ ਸ਼ਾਹ ਲਵਾਣਾ, ਜਿਹਦਾ ਪਿੰਡ ਟਾਂਡਾ ਗੁਜਰਾਤ ਦੇ ਵਿੱਚ ਦੱਸਿਆ ਹੈ, ਜੇਲਮ ਦੇ ਏਰੀਏ ਵਿੱਚ, ਅਤੇ ਜਿਹਦੇ ਕੋਲ 10,000 ਦੇ ਬਲਦ ਜਿਹੜੇ ਸਨ, 10,000 ਬਲਦ ਦੇ ਉਹ ਜਿਹੜੇ ਗੱਡੇ ਚੱਲਦੇ ਸਨ, ਉਹਦੇ ਕੋਲ ਵੱਡੇ ਵਪਾਰ ਦੇ ਬਹੁਤ ਤਕੜਾ ਵਪਾਰੀ ਸੀ। ਅਤੇ 500 ਜਹਾਜ਼ ਪਾਣੀ ਦੇ ਵਿੱਚ ਉਹਦਾ ਚੱਲਦਾ ਸੀ, ਸਮੁੰਦਰ ਦੇ ਵਿੱਚ ਚਾਰਨ ਕਰੋ ਸ੍ਰੀ ਵਾਹਿਗੁਰੂ, ਕੋਈ ਮਾੜਾ ਮੋਟਾ ਵਪਾਰੀ ਨਹੀਂ। ਅਤੇ ਐਸਾ ਕਾਰਨ ਬਣਿਆ ਜਿਵੇਂ ਅੱਗੇ ਰੋਜ਼ ਜਾਂਦਾ ਸੀ, ਇੱਕ ਦਿਨ ਆਪਣਾ ਮਾਲ ਸਬਾਬ ਲੱਦ ਕੇ ਤੁਰਿਆ ਹੈ ਸਾਰੇ ਲਾਓ ਲਸ਼ਕਰ ਸਮੇਤ, ਅਤੇ ਅੱਗੇ ਰਾਹ ਵਿੱਚ ਸਮੁੰਦਰ ਦੇ ਵਿੱਚ ਜਹਾਜ਼ ਅਟਕ ਗਿਆ ਅਤੇ ਉਹਦੇ ਡੁੱਬਣ ਦਾ ਖਤਰਾ ਹੋ ਗਿਆ। ਬੜੇ ਯਤਨ ਕੀਤੇ, ਕਿਸੇ ਨੇ ਪੁਕਾਰ ਨਾ ਜਦੋਂ ਸੁਣੀ, ਸੰਖੇਪ 'ਚ ਬੇਨਤੀ ਹੈ। ਅਤੇ ਫਿਰ ਉਹਨੂੰ ਯਾਦ ਆਇਆ, ਫਿਰ ਮਨ ਵਿੱਚ ਉਹਦੇ ਪਰਮੇਸ਼ਰ ਦੀ ਕਿਰਪਾ ਹੋਈ, ਗੁਰੂ ਵਸਿਆ, ਕਹਿਣ ਲੱਗਾ ਗੁਰੂ ਨਾਨਕ ਦਾ ਘਰ ਸਭ ਤੋਂ ਵੱਡਾ ਹੈ, ਹੁਣ ਇਹਦਾ ਆਸਰਾ ਲਵਾਂ। ਜਿੱਥੇ ਕੋਈ ਇੱਕ ਆਸ ਪੂਰੀ ਨਾ ਕਰੇ, ਉਹ ਗੁਰੂ ਨਾਨਕ ਦੇ ਘਰੋਂ ਆਸ ਪੂਰੀ ਹੁੰਦੀ ਹੈ। ਅਤੇ ਜਿਹੜਾ ਇਹ 'ਤੇ ਵੀ ਭਰੋਸਾ ਕਰਕੇ ਨਹੀਂ ਭਰੋਸਾ ਕਰਦਾ, ਹੋਰ ਕਿਤੇ ਭੱਜਾ ਫਿਰਦਾ, ਉਹ ਸਾਰੀ ਉਮਰ ਭਟਕਦਾ ਹੀ ਰਹੇਗਾ, ਉਹਦਾ ਮਨ ਟਿਕੇਗਾ ਨਹੀਂ। ਚਾਰਨ ਕਰੋ ਸ੍ਰੀ ਵਾਹਿਗੁਰੂ। ਕਿਉਂਕਿ ਘਰ ਐਸਾ ਹੈ ਜਿਹਦੀ ਕਿਤਿਓਂ ਆਸ ਪੂਰੀ ਨਹੀਂ ਹੁੰਦੀ, ਉਹਦੀਆਂ ਝੋਲੀਆਂ ਇੱਥੋਂ ਭਰਦੀਆਂ ਹਨ। ਜਿਹੜੇ ਲੋਕਾਂ ਨੂੰ ਦਾਤਾਂ ਵੰਡਣ ਵਾਲੇ, ਵੱਡੇ ਸ਼ਕਤੀਆਂ ਵਾਲੇ, ਇਸ ਘਰ ਵਿੱਚੋਂ ਉਹ ਵੀ ਮੰਗਦੇ ਹਨ। ਇਸ ਪ੍ਰਕਾਰ ਉਹਨੇ ਆਪਣਾ ਜਿਹੜਾ ਸੀ ਜਲ ਪਾਣੀ ਵਰਤ ਕੇ, ਸਰੀਰ ਸੋਧ ਕੇ, ਅਤੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕੀਤੀ, ਗੁਰੂ ਨਾਨਕ ਪਾਤਸ਼ਾਹ ਹੁਣ ਮੇਰੀ ਲਾਜ ਰੱਖ, ਮੇਰਾ ਜਹਾਜ਼ ਜਿਹੜਾ ਸੀ ਇਹ ਡੁੱਬਣ ਤੋਂ ਬਚ ਜਾਵੇ, ਜਿਹੜਾ ਡੁੱਬ ਰਿਹਾ ਹੈ, ਬਰੇਤੇ ਵਿੱਚ ਅਟਕ ਗਿਆ ਹੈ, ਅਤੇ ਕਿਰਪਾ ਕਰ ਮੇਰਾ ਕਾਰਜ ਪੂਰਾ ਹੋ ਜਾਵੇ, ਅਤੇ ਮੈਂ ਵਪਾਰ ਵਿੱਚ ਸਫਲਾ ਹੋ ਜਾਵਾਂ, ਕਾਰਜ ਮੇਰਾ ਸਹੀ ਸਿਰੇ 'ਤੇ ਚੜ੍ਹ ਜਾਵੇ। ਇਹਦੇ ਵਿੱਚੋਂ ਜੋ ਨਫਾ ਹੋਵੇਗਾ ਮੈਂ 10ਵਾਂ ਹਿੱਸਾ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਾਂਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜਦੋਂ ਇੱਕ ਮਨ ਹੋ ਕੇ ਸਤਿਗੁਰਾਂ ਨੂੰ ਯਾਦ ਕੀਤਾ ਹੈ, ਅਤੇ 9ਵੇਂ ਪਾਤਸ਼ਾਹ ਮਹਾਰਾਜ ਗੁਪਤ ਤੌਰ 'ਤੇ ਭੋਰੇ ਦੇ ਵਿੱਚ ਬਾਬਾ ਬਕਾਲਾ ਸਾਹਿਬ ਉੱਥੇ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੇ ਹਨ, ਮਨ ਚਿੱਤ ਸ਼ਾਂਤ ਰੂਪ ਦੇ ਵਿੱਚ। ਅਤੇ ਜਦੋਂ ਉਹਨਾਂ ਗੁਰੂ ਨਾਨਕ ਦੇ ਘਰ ਨੂੰ ਯਾਦ ਕੀਤਾ, ਅਤੇ ਮਹਾਰਾਜ ਨੂੰ ਪਤਾ ਹੈ, ਜਾਣੀ ਜਾਣ ਹਨ ਕਿ ਹੁਣ ਉਹਨਾਂ ਦੀ ਜ਼ਿੰਮੇਵਾਰੀ ਹੋ ਗਈ। 8ਵੇਂ ਪਾਤਸ਼ਾਹ ਉਹਨਾਂ ਦੀ ਇਹ ਲਾ ਗਏ ਹਨ, ਗੁਰਸਿੱਖੀ ਦੀ ਜਿਹੜੀ ਜ਼ਿੰਮੇਵਾਰੀ ਹੈ, ਗੁਰਗੱਦੀ ਦੀ ਉਹਨਾਂ ਨੂੰ ਰਸਮ ਦੀ ਸਾਰੀ ਜਾਣਕਾਰੀ ਹੈ, ਅੰਤਰਜਾਮੀ ਹਨ। ਉਹਦੀ ਪੁਕਾਰ ਸੁਣ ਕੇ ਸਤਿਗੁਰਾਂ ਕਿਰਪਾ ਕੀਤੀ। ਹੁਣ ਕੋਈ ਕਹਿੰਦਾ ਜੀ ਹਨੇਰਾ ਆਇਆ, ਤੂਫਾਨ ਆਇਆ, ਬੁੱਲਾ ਆਇਆ ਅਤੇ ਜਹਾਜ਼ ਅੱਗੇ ਤੁਰ ਪਿਆ, ਪਰ ਪਹਿਲਾਂ ਨਹੀਂ ਆਇਆ। ਇਹ ਬਹਾਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ 9ਵੇਂ ਪਾਤਸ਼ਾਹ ਨੇ ਕਿਰਪਾ ਕੀਤੀ ਅਤੇ ਆਪਣਾ ਮੋਢਾ ਲਾ ਕੇ ਅਤੇ ਜਹਾਜ਼ ਨੂੰ ਅੱਗੇ ਤੋਰ ਦਿੱਤਾ। ਉਹ ਸਹੀ ਸਲਾਮਤ ਦਸਕਾ ਬੰਦਰਗਾਹ ਹੈ, ਅਤੇ ਉੱਥੇ ਉਹਨੇ ਆਪਣਾ ਸਾਰਾ ਮਾਲ ਵੇਚਿਆ ਅਤੇ ਇਹਨੂੰ ਕਾਫੀ ਨਫਾ ਹੋਇਆ, ਜਿਹਦੇ ਵਿੱਚੋਂ ਉਹਨੇ 500 ਮੋਹਰ ਜਿਹੜੀ ਸੀ ਸੁੱਖੀ ਹੋਈ ਸੀ। ਅਤੇ ਉਹਨੇ ਕਿਹਾ ਹੁਣ ਮੈਂ ਆਪਣੀ ਇਹ ਸੁਖਣਾ ਗੁਰੂ ਕੇ ਘਰ ਪਹਿਲਾਂ ਲਾ ਕੇ ਆਵਾਂ, ਫਿਰ ਅਗਲਾ ਕਰਮ ਜਿਹੜਾ ਉਹ ਸੋਚਾਂਗੇ, ਜੋ ਕਾਰੋਬਾਰ ਹੈ। ਉਹਦੇ ਅਨੁਸਾਰ ਪਤਾ ਲੱਗਾ ਪੁੱਛਣ 'ਤੇ ਕਿ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਜ਼ਿੰਮੇਵਾਰ 8ਵੇਂ ਪਾਤਸ਼ਾਹ ਸਨ, ਅਤੇ ਉਹ ਵੀ ਹੁਣ ਆਪਣਾ ਸਰੀਰ ਤਿਆਗ ਗਏ ਹਨ। ਪਹਿਲਾਂ ਉਹ ਦਿੱਲੀ ਗਿਆ, ਇਸ ਕਾਰਨ ਦਿੱਲੀੋਂ ਇਹ ਜਦੋਂ ਪਤਾ ਲੱਗਾ 8ਵੇਂ ਪਾਤਸ਼ਾਹ ਜੀ ਚੋਲਾ ਛੱਡ ਗਏ ਹਨ, ਅਤੇ ਆਪਣੇ ਥਾਂ 'ਤੇ ਉਹ ਬਾਬੇ ਬਕਾਲੇ ਦਾ ਇਸ਼ਾਰਾ ਕਰ ਗਏ ਹਨ ਕਿ ਹੁਣ ਗੁਰੂ ਜਿਨ੍ਹਾਂ ਨੇ ਬਣਨਾ ਬਾਬਾ ਬਕਾਲਾ ਸਾਹਿਬ ਹਨ। ਇੱਧਰ ਨੂੰ ਵਿਚਾਰ ਕੀਤੀ ਆਉਣ ਦੀ, ਤੁਰਿਆ ਆਪਣੇ ਲਾਓ ਲਸ਼ਕਰ ਸਮੇਤ। ਅਤੇ ਗੁਰੂ ਕੀ ਸਾਧ ਸੰਗਤ ਆਪ ਜਾਣਦੇ ਹੋ, ਜਦੋਂ ਅੱਗੇ ਵੇਖਿਆ ਬੜੇ ਬੜੇ ਸੋਢੀ ਆਪਣੇ ਚੰਗੇ ਚੰਗੇ ਵਸਤਰ ਪਹਿਨ ਕੇ, ਲਿਬਾਸ ਚੰਗਾ ਧਾਰ ਕੇ, ਕਿਉਂਕਿ ਜਿਹੜਾ ਨਕਲੀ ਹੁੰਦਾ ਹੈ
ਉਹ ਜ਼ਿਆਦੀ ਸ਼ੋਅ ਬਣਾਉਂਦਾ ਹੈ, ਬਹੁਤੀਆਂ ਗੱਲਾਂ ਜਾਣਦਾ ਹੈ। ਤੇ ਜਿਹੜਾ ਅਸਲ ਹੋਵੇਗਾ ਉਹ ਵਿਅਰਥ ਬੋਲਦਾ ਨਹੀਂ। ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ ਪ੍ਰਥਾ, ਉਹ ਐਵੇਂ ਵਿਅਰਥ ਕੋਈ ਕੰਮ ਨਹੀਂ ਕਰਦੇ। ਇਸ ਕਰਕੇ ਸਾਰਿਆਂ ਦੇ ਕੋਲ ਜਦੋਂ ਗਿਆ, ਹੁਣ ਇੱਥੇ ਕਈਆਂ ਨੇ ਕਿਹਾ 5-5 ਮੋਹਰਾਂ, ਪਰ ਅਸਲ ਇਤਿਹਾਸ ਵਿੱਚ ਦੱਸਿਆ ਹੈ ਕਿ 2-2 ਮੋਹਰਾਂ ਸਾਰਿਆਂ ਦੇ ਅੱਗੇ ਰੱਖਦਾ ਹੈ। ਮਨ ਵਿੱਚ ਸੋਚਦਾ ਇੱਥੇ ਤੇ ਕਿੰਨੇ ਜਾਣੇ ਬੈਠੇ ਹਨ, ਮੈਨੂੰ ਕਿਹੜਾ ਕਿਵੇਂ ਤਸੱਲੀ ਹੋਵੇ ਕਿਹੜਾ ਅਸਲ ਗੁਰੂ ਹੈ। ਇਹੋ ਗੱਲ ਅੱਜ ਸਾਡੇ ਨਾਲ ਬਣ ਰਹੀ। ਸਾਨੂੰ ਆਪਣੇ ਗੁਰੂ ਦੀ ਤਾਕਤ ਦੀ ਕੋਈ ਕਦਰ ਨਹੀਂ, ਪਛਾਣ ਨਹੀਂ, ਤਾਂ ਹੀ ਅਸੀਂ ਇਹਨੂੰ ਛੱਡ ਕੇ ਹੋਰ ਪਾਸੇ ਸਦਾ ਹੀ ਭਟਕਦੇ ਹਾਂ। ਹੁਣ ਮਨ ਵਿੱਚ ਸੋਚਿਆ ਕਿ 2-2 ਮੋਹਰਾਂ ਇਹਦੇ ਅੱਗੇ ਰੱਖੀ ਜਾਵਾਂ, ਜੇ ਕੋਈ ਗੁਰੂ ਅਸਲ ਹੋਵੇਗਾ ਆਪੇ ਦੱਸ ਦੇਵੇਗਾ। ਤੇ ਜਦੋਂ ਧੀਰਮਲ ਦੇ ਕੋਲ ਗਿਆ ਤੇ ਉੱਥੇ ਉਹਨੇ ਮਹਾਰਾਜ ਦਾ ਸਰੂਪ ਕੋਲ ਰੱਖਿਆ ਹੈ, ਆਪਣੀ ਸ਼ਾਨ ਵਧਾਉਣ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ। ਉਹ ਮਹਾਰਾਜ ਦਾ ਗੁਰੂ ਦਾ ਸਰੂਪ ਜਾਣ ਕੇ ਉਸ ਵੇਲੇ ਉਹਨੇ ਉਹਦੇ ਅੱਗੇ 5 ਮੋਹਰਾਂ ਰੱਖੀਆਂ ਹਨ। ਤੇ ਫਿਰ ਜਦੋਂ ਸਾਰਿਆਂ ਦੇ ਕੋਲੋਂ ਹੋ ਆਇਆ, ਤਸੱਲੀ ਨਾ ਆਈ, ਤੇ ਮਨ ਵਿੱਚ ਸੋਚਦਾ ਮੇਰੀ ਆਸ ਪੂਰੀ ਨਹੀਂ ਹੋਈ। ਬਚਨ ਇੱਥੋਂ ਦਾ ਮਿਲਿਆ ਹੈ, ਪਰ ਕਾਰਨ ਕੀ। ਹੋਰ ਫਿਰ ਜਦੋਂ ਪੁੱਛ ਗਿੱਛ ਕੀਤੀ ਤੇ ਕਿਸੇ ਨੇ ਦੱਸਿਆ ਕਿ ਸੋਢੀ ਤੇ ਇੱਥੇ ਹੀ ਬੈਠੇ ਹਨ। ਉਹਨੇ ਕਿਹਾ ਕੋਈ ਹੋਰ ਹੋਵੇ ਆਪ ਜੀ ਦੀ ਵਿਚਾਰ ਦੇ ਵਿੱਚ ਤੇ ਮੈਨੂੰ ਦੱਸੋ। ਉਹਨਾਂ ਕਿਹਾ ਕਿ 6ਵੇਂ ਪਾਤਸ਼ਾਹ ਜੀ ਦਾ ਪੁੱਤਰ ਹੈ, ਬੜੇ ਮਸਤ ਸੁਭਾਅ ਦਾ ਹੈ, ਕਿਸੇ ਦੇ ਨਾਲ ਬੋਲਦਾ ਚੱਲਦਾ ਨਹੀਂ, ਗੁਪਤ ਹੀ ਰਹਿੰਦਾ ਹੈ, ਕਿਤੇ ਕਿਤੇ ਵੇਖੀਦਾ ਹੈ। ਉਹ ਇੱਕ ਭੋਰੇ ਵਿੱਚ ਹੀ ਰਹਿੰਦਾ ਹੈ ਬੜੇ ਸਮੇਂ ਤੋਂ। ਤੇ ਜਦੋਂ ਉਹਦੀ ਘਰਵਾਲੀ ਨੇ ਇਹ ਬਚਨ ਸੁਣਿਆ, ਮੱਖਣ ਸ਼ਾਹ ਲਬਾਣੇ ਦੀ ਨੇ, ਕਹਿਣ ਲੱਗੇ ਜਿਹੜੇ ਇਸ ਬਿਰਤੀ ਦੇ ਮਾਲਕ ਹੁੰਦੇ ਹਨ, ਸਾਦਾ ਜੀਵਨ ਰੱਖਣ ਵਾਲੇ, ਤੇ ਕਿਰਪਾ ਵੀ ਉਹਨਾਂ ਦੇ ਕੋਲੋਂ ਹੀ ਹੁੰਦੀ। ਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਗੁਰੂ ਕੀ ਸਾਧ ਸੰਗਤ ਉਹ ਟਿਕਾਣੇ 'ਤੇ ਆਏ। ਤੇ ਜਦੋਂ ਆ ਕੇ ਮਹਾਰਾਜ ਦੇ ਕੋਲ, ਕਿਉਂਕਿ ਪਹਿਲਾਂ ਹੀ ਐਸੇ ਜਿਹੜੇ ਲੱਛਣ ਜ਼ਾਹਰ ਹੋ ਜਾਂਦੇ ਹਨ, ਜਿਵੇਂ ਪਹਾੜਾਂ ਦੀ ਧਰਤੀ ਨੂੰ ਤੁਰੇ ਜਾਈਏ ਤੇ ਪਹਿਲਾਂ ਹੀ ਠੰਡਾ ਇਲਾਕਾ ਜਾਪਣ ਲੱਗ ਪੈਂਦਾ ਹੈ। ਇਸ ਕਰਕੇ ਜਦੋਂ ਮਹਾਂਪੁਰਖਾਂ ਦੇ ਵੱਲ, ਸਤਿਗੁਰਾਂ ਦੇ ਵੱਲ ਜਾਈਏ ਮਨ ਕਰਕੇ, ਤੇ ਪਹਿਲਾਂ ਹੀ ਮਨ ਦੀਆਂ ਜਿਹੜੀਆਂ ਵਿਚਾਰਾਂ ਸ਼ੁਭਤ ਹੋ ਜਾਂਦੀਆਂ ਹਨ, ਮਨ ਨੂੰ ਸ਼ਾਂਤੀ ਖੁਸ਼ੀ ਮਿਲਣ ਲੱਗ ਪੈਂਦੀ ਹੈ। ਇਸ ਪ੍ਰਕਾਰ ਜਦੋਂ ਆ ਕੇ ਉਹਨੇ ਦਰਸ਼ਨ ਕੀਤਾ, ਦਰਸ਼ਨ ਭੇਟਤ ਹੋਤ ਨਿਹਾਲ, ਤੇ ਅੱਗੇ 5 ਮੋਹਰਾਂ ਰੱਖੀਆਂ। ਤੇ ਮਹਾਰਾਜ ਜੀ ਨੇ ਉਹਦਾ ਯਕੀਨ ਬਣਾਉਣ ਵਾਸਤੇ ਕਿਹਾ ਕਿ ਇਹਦੀ ਤਸੱਲੀ ਹੋ ਜਾਵੇ। ਸਤਿਗੁਰੂ ਕਹਿਣ ਲੱਗੇ, ਗੁਰਮੁਖਾ, ਗੁਰੂ ਨਾਨਕ ਦਾ ਘਰ ਲੈਣ ਦਾ ਭੁੱਖਾ ਨਹੀਂ, ਦੇਣ ਵਾਸਤੇ ਹੈ ਸਦਾ, ਇਹ ਦਾਤਾ ਹੈ। ਪਰ ਤੇਰੇ ਮਨ ਦੀ ਜਿਹੜੀ ਅਵਸਥਾ, ਜਿਹੜੀ ਤੂੰ ਆਪਣੇ ਮਨੋਂ ਇਹ ਪਰਨ ਕੀਤਾ ਸੀ 500 ਮੋਹਰ ਸੁੱਖ ਕੇ, ਤੇ ਹੁਣ 5 ਚੜ੍ਹਾ ਰਿਹਾ ਹੈ, ਬਾਕੀ ਕਿਉਂ ਲੁਕਾਉਂਦਾ ਹੈ। ਤੇ ਇਹ ਬਚਨ ਸੁਣ ਕੇ ਮੱਖਣ ਸ਼ਾਹ ਦੇ ਨੈਣਾਂ ਵਿੱਚੋਂ ਇੱਕਦਮ ਵਿਰਾਗ ਦਾ ਹੜ ਛੁੱਟ ਪਿਆ। ਤੇ ਮਹਾਰਾਜ ਦੇ ਚਰਨ ਧੋ ਦਿੱਤੇ ਉਹਨਾਂ ਹੰਝੂਆਂ ਦੇ ਨਾਲ। ਕਹਿਣ ਲੱਗਾ, ਦਾਤਾ ਮਾਲਕਾ, ਇਹੋ ਹੀ ਤੇ ਮੈਂ ਟਿਕਾਣਾ ਲੱਭਦਾ, ਇੰਨਾ ਸਮਾਂ ਲਾ ਆਇਆ ਹਾਂ, ਮੈਨੂੰ ਇਹ ਗੱਲ ਕਿਸੇ ਨੇ ਕਹੀ ਨਹੀਂ। ਅਸਲ ਮੇਰੇ ਮਨ ਦੀ ਗੱਲ ਕਿਸੇ ਬੁੱਝੀ ਨਹੀਂ, ਤੇਰੇ ਤੋਂ ਬਿਨਾ ਜੋ ਮੈਂ ਚਾਹੁੰਦਾ ਸਾਂ ਮੇਰੀ ਆਸ ਹੁਣ ਪੂਰੀ ਹੋਈ ਹੈ। 500 ਮੋਹਰ ਕੀ ਜੋ ਵੀ ਮੇਰੇ ਕੋਲ ਹੈ, ਆਪ ਹੁਕਮ ਕਰੋ, ਸਭ ਕੁਝ ਆਪ ਜੀ ਦਾ ਹੈ। ਤੇ ਉਸ ਵੇਲੇ 500 ਮੋਹਰ ਜਦੋਂ ਅੱਗੇ ਰੱਖੀ, ਜਦੋਂ ਤਸੱਲੀ ਹੋ ਗਈ, ਤੇ ਕੋਠੇ ਚੜ੍ਹ ਕੇ ਇੱਕਦਮ ਜਦੋਂ ਲੱਗਾ ਦੱਸਣ ਲੋਕਾਂ ਨੂੰ, ਤੇ ਮਹਾਰਾਜ ਨੇ ਕਿਹਾ, ਨਹੀਂ ਭਾਈ, ਸਾਨੂੰ ਸ਼ਾਂਤ ਰਹਿਣ ਦੇ, ਕਿਉਂਕਿ ਜਿੱਥੇ ਮਾਇਆ ਆਉਂਦੀ ਹੈ ਉੱਥੇ ਨਾਲ ਈਰਖਾ ਝਗੜੇ ਕਈ ਕੁਝ ਵੱਧ ਜਾਂਦਾ ਹੈ। ਅਸੀਂ ਪਰਮੇਸ਼ਰ ਨੂੰ ਯਾਦ ਕਰ ਰਹੇ ਹਾਂ, ਸਾਨੂੰ ਕੋਈ ਵਡਿਆਈ ਦੀ ਗੱਲ ਨਹੀਂ। ਮਹਾਰਾਜ ਜਾਣੀ ਜਾਣ ਸਨ, ਜਦੋਂ ਸਮਾਂ ਆਉਣਾ ਸੀ ਉਦੋਂ ਹੀ ਸਭ ਕੁਝ ਹੋਣਾ ਸੀ। ਉਹ ਪ੍ਰੇਮੀਆਂ ਨੇ ਵੀ ਉੱਥੇ ਆਉਣਾ ਸੀ, ਗੁਰਗੱਦੀ ਦੀ ਰਸਮ ਵਾਲਿਆਂ ਸਾਰੇ ਢੋਹ ਬਣਦੇ, ਫਿਰ ਉਹ ਗੱਲ ਹੋਣੀ ਹੈ ਪੂਰੀ। ਤੇ ਇੰਨੇ ਚਿਰ ਨੂੰ ਮਹਾਰਾਜ ਨੇ ਜਦੋਂ ਬਚਨ ਕੀਤਾ, ਭਾਈ ਅਸਾਂ ਮਨਾ ਕੀਤਾ ਹੈ ਜਿਹੜਾ ਸਾਨੂੰ ਜ਼ਾਹਰ ਕਰੇਗਾ। ਹੁਣ ਜਿਹੜਾ ਬਚਨ ਆਪ ਜੀ ਦੇ ਨਾਲ ਸਾਂਝਾ ਕਰਨ ਦਾ ਯਤਨ ਕਰ ਰਹੇ ਹਾਂ, ਇਹ ਅੱਗੇ ਵੀ ਇੱਕ ਵਾਰ ਇੱਥੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕੀਤੀ ਗਈ। ਤੇ ਇੱਕ ਪ੍ਰੇਮੀ ਆ ਕੇ ਕਹਿਣ ਲੱਗਾ, ਇਹ ਝੂਠ ਹੈ, ਪਰ ਗੁਰੂ ਕੀ ਸਾਧ ਸੰਗਤ, ਗੁਰੂ ਕੀ ਮਹਿਮਾ ਗੁਰੂ ਹੀ ਜਾਣਦਾ ਹੈ। ਗੁਰੂ ਦੀ ਵਡਿਆਈ ਜਿਹੜੀ ਹੈ, ਉਹ ਜਿਹੜੇ ਪੂਰਨ ਗੁਰ ਸਿੱਖ ਜਿਨ੍ਹਾਂ 'ਤੇ ਕਿਰਪਾ ਹੈ, ਉਹ ਜੋ ਕਹਿੰਦੇ ਉਹ ਸੱਚ ਹੀ ਦੱਸਦੇ ਹਨ। ਤੇ ਸਤਿਗੁਰਾਂ ਕਿਹਾ, ਭਾਈ ਜਿਹੜਾ ਸਾਨੂੰ ਜ਼ਾਹਰ ਕਰੇਗਾ ਉਹਨੂੰ ਕੁਝ ਹੋਰ ਵੀ ਕਰਨਾ ਪਵੇਗਾ। ਤੇ ਇਸ ਕਰਕੇ ਮੱਖਣ ਸ਼ਾਹ ਨੇ ਉਹ ਸ਼ਰਤਾਂ ਪੂਰੀਆਂ ਕਰ ਲਈਆਂ।
ਤੇ ਉਸ ਵੇਲੇ ਆਪਣੇ ਮੂੰਹ ਤੇ ਕਾਲਖ ਲਾ ਕੇ ਤੇ ਜੋ ਸਤਿਗੁਰਾਂ ਦਾ ਹੋਰ ਹੁਕਮ ਸੀ ਸਾਰਾ ਪੂਰਾ ਕਰਕੇ ਕੋਠੇ ਚੜ੍ਹ ਕੇ ਆਪਣੀ ਚਾਦਰ ਦਾ ਪੱਲਾ ਫੇਰਿਆ। ਭੁੱਲੀਏ ਸੰਗਤੇ ਸੁਣੋ ਦੇ ਕਾਨ, ਭੋਰੇ ਵਿੱਚ ਬੈਠਾ ਗੁਰੂ ਮਹਾਨ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਜਦੋਂ ਇਹ ਗੱਲ ਕਹੀ ਕਿ ਅਸਲ ਗੁਰੂ ਜਿਹੜਾ ਹੁਣ ਲੱਭ ਗਿਆ ਹੈ, ਐਵੇਂ ਭੁਲੇਖੇ ਵਿੱਚ ਹੋਰਨਾਂ ਦੇ ਅੱਗੇ ਜਾ ਕੇ ਮੱਥੇ ਰਗੜ ਕੇ ਸਿਰ ਸੁੱਟ ਕੇ ਸਮਾਂ ਨਾ ਗਵਾਓ। ਅਸਲ ਜੇ ਕੋਈ ਲਾਹ ਲੈਣਾ ਹੈ ਤੇ ਗੁਰੂ ਨਾਨਕ ਦਾ ਘਰ ਜਿਹੜਾ ਹੈ ਉਹਦਾ ਹੁਣ ਪਤਾ ਲੱਗ ਗਿਆ ਹੈ। ਇੰਨੀ ਗੱਲ ਕਹਿਣ ਤੋਂ ਐਵੇਂ ਹੋਇਆ ਜਿਵੇਂ ਸੂਰਜ ਚੜ੍ਹਨ 'ਤੇ ਤਾਰੇ ਛਿਪ ਜਾਂਦੇ ਹਨ, ਸ਼ੇਰ ਦੀ ਆਵਾਜ਼ ਦੇ ਨਾਲ ਮਿਰਗ ਭੱਜ ਜਾਂਦੇ ਹਨ, ਤੇ ਇਸ ਪ੍ਰਕਾਰ ਸੋਢੀਆਂ ਦੇ ਭਾਦੀ ਬਣ ਗਏ। ਉਸੇ ਵੇਲੇ ਹੀ ਉਹਨਾਂ ਈਰਖਾ ਸ਼ੁਰੂ ਕਰ ਦਿੱਤੀ ਤੇ ਸਤਿਗੁਰੂ ਜੀ ਕਹਿਣ ਲੱਗੇ, ਵੇਖੋ ਮਾਤਾ ਜੀ ਤੁਸੀਂ ਕਦੋਂ ਦੇ ਕਹਿ ਰਹੇ ਸੋ ਕਿ ਪ੍ਰਗਟ ਹੋ ਕੇ ਸੰਗਤਾਂ ਨੂੰ ਉਤਾਰੋ, ਅਜੇ ਗੱਲ ਸ਼ੁਰੂ ਹੀ ਹੋਣ ਲੱਗੀ ਹੈ ਤੇ ਮਾਇਆ ਦੀ ਵੇਖੋ ਸ਼ਕਤੀ ਨੇ ਕਿੰਨਾ ਕੁਝ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਉਹ ਜਦੋਂ ਸਾਰੀ ਰਸਮ ਪੂਰੀ ਹੋਈ ਹੈ ਤੇ ਵਿਦਵਾਨ ਦੱਸਦੇ ਹਨ ਕਿ ਉਸ ਵੇਲੇ ਉਸ ਦਿਨ ਦੇ 9 ਭਾਦੋਂ ਦਾ ਦਿਹਾੜਾ ਹੈ ਤੇ ਇਹ ਜਿਹੜਾ 1664 ਮਹਾਰਾਜ ਜੀ ਨੇ ਪ੍ਰਗਟ ਹੋਣਾ ਕੀਤਾ ਮੱਖਣ ਛਾਲ ਬਾਣੇ ਦੇ ਸਬੱਬ ਦੇ ਨਾਲ ਤੇ ਸੰਗਤਾਂ ਨੂੰ ਤਾਰਨਾ ਕੀਤਾ ਹੈ। ਸੋ ਗੁਰੂ ਕੀ ਸਾਧ ਸੰਗਤ ਜਿਸ ਦਿਨ ਤੋਂ ਇਹ ਜਿਹੜਾ ਦਿਹਾੜਾ ਮਨਾਉਣਾ ਆਰੰਭ ਹੋਇਆ ਤੇ ਬਾਕੀ ਜਿਹੜਾ ਰੱਖੜ ਪੁੰਨਿਆਂ ਦੇ ਨਾਲ ਜੋੜਿਆ ਜਾਂਦਾ ਹੈ। ਕਈਆਂ ਵਿਦਵਾਨਾਂ ਨੇ ਆਪਣੀ ਰਾਏ ਦੱਸੀ ਵੀ ਹੈ ਕਿ ਉਸ ਵੇਲੇ ਪੁਰਾਤਨ ਸਿੰਘਾਂ ਨੇ ਜਦੋਂ ਅਬਦਾਲੀ ਦੇ ਕੋਲੋਂ ਬੰਦੀਆਂ ਛਡਾਈਆਂ ਹਨ, ਜਿਹੜੀਆਂ 2200 ਜਨਾਨੀਆਂ ਬੀਬੀਆਂ ਆਪਣੇ ਮੁਲਕ ਦੇ ਵਿੱਚੋਂ ਬੰਨ੍ਹ ਕੇ ਗੱਡਿਆਂ 'ਤੇ ਲੱਦ ਕੇ ਲਈ ਜਾ ਰਹੇ ਸਨ, ਤੇ ਬੁੱਢੇ ਜੋੜ ਤੋਂ ਆ ਕੇ ਸਿੰਘਾਂ ਨੇ ਜਦੋਂ ਪਾਣੀਪਤ ਦੀ ਤੀਜੀ ਲੜਾਈ ਹੋਈ ਹੈ ਉਸ ਸਮੇਂ ਦੀ ਗੱਲ ਹੈ, ਤੇ ਉਹਨਾਂ ਨੂੰ ਛਡਾਉਣਾ ਕੀਤਾ। ਤੇ ਜਦੋਂ ਉਹਨਾਂ ਦੇ ਘਰ ਉਹਨਾਂ ਨੂੰ ਛੱਡਣ ਚੱਲੇ ਕਿ ਜਿੱਥੇ ਜਿੱਥੇ ਟਿਕਾਣਾ ਹੈ ਇਹਨਾਂ ਨੂੰ ਛੱਡ ਕੇ ਆਈਏ, ਤੇ ਉਹਨਾਂ ਕਿਹਾ ਸਾਡੇ ਵਾਸਤੇ ਤੁਸੀਂ ਸਾਡਾ ਸਹਾਰਾ ਹੋ, ਅਸੀਂ ਤੁਹਾਡੇ ਕੋਲੋਂ ਜਾਣਾ ਨਹੀਂ ਚਾਹੁੰਦੀਆਂ, ਕਿਉਂਕਿ ਅਸੀਂ ਸਾਰਿਆਂ ਨੂੰ ਯਾਦ ਕੀਤਾ, ਸਾਡੀ ਕਿਸੇ ਨੇ ਸਹਾਇਤਾ ਨਹੀਂ ਕੀਤੀ, ਨਾ ਪਰਿਵਾਰ ਵਿੱਚੋਂ ਨਾ ਕਿਸੇ ਦੇਵੀ ਦੇਵਤੇ ਪੀਰ ਫਕੀਰ ਨੇ, ਤੇ ਤੁਸੀਂ ਆ ਕੇ ਸਾਡੀ ਪੁਕਾਰ ਕੀਤੀ, ਸੁਣੀ ਹੈ, ਫਰਿਆਦ ਸੁਣੀ ਹੈ ਤੇ ਹਾਜ਼ਰ ਹੋਏ, ਸਹਾਇਤਾ ਕੀਤੀ ਹੈ, ਸਾਡੇ ਵਾਸਤੇ ਤੁਸੀਂ ਸਭ ਕੁਝ ਆਸਰਾ ਹੋ, ਅਸੀਂ ਤੁਹਾਨੂੰ ਛੱਡਣਾ ਨਹੀਂ ਚਾਹੁੰਦੀਆਂ। ਤੇ ਉਹਨਾਂ ਕਿਹਾ ਅਸੀਂ ਜੰਗਲਾਂ ਦੇ ਵਿੱਚ ਵਿਚਰਨ ਵਾਲੇ ਹਾਂ, ਪਤਾ ਨਹੀਂ ਕਿਹੋ ਜਿਹਾ ਸਾਡੇ 'ਤੇ ਸਮਾਂ ਆਉਣਾ ਹੈ, ਅਸੀਂ ਤੁਹਾਨੂੰ ਨਾਲ ਨਹੀਂ ਰੱਖ ਸਕਦੇ ਹਰ ਵੇਲੇ। ਤੇ ਉਸ ਵੇਲੇ ਉਹਨਾਂ ਕਿਹਾ ਫਿਰ ਅਸੀਂ ਤੁਹਾਨੂੰ ਆਪਣੇ ਧਰਮ ਦੇ ਭਰਾ ਬਣਾ ਕੇ ਮਨ ਵਿੱਚ ਸਮਝਿਆ ਹੈ, ਤੇ ਇਸ ਕਰਕੇ ਸਾਨੂੰ ਮਿਲਦੇ ਗਿਲਦੇ ਰਹਿਣਾ। ਉੱਥੇ ਕਿਸੇ ਵਿਦਵਾਨ ਦੀ ਇਹ ਰਾਏ ਹੈ, ਪਰ ਆਮ ਇਹ ਸੰਸਾਰ ਦੇ ਵਿੱਚ ਜਿੰਨੀ ਵੀ ਗੁਰਮਤਿ ਅਨੁਸਾਰ ਵਿਚਾਰ ਮਿਲਦੀ ਹੈ, ਤਿੰਨਾਂ ਚੀਜ਼ਾਂ ਦਾ ਸਿੱਖੀ ਨਾਲ ਸੰਬੰਧ ਨਹੀਂ, ਪਰ ਅਸੀਂ ਉਹ ਕੰਮ ਜ਼ਿਆਦਾ ਕਰਦੇ ਹਾਂ। ਅੰਮ੍ਰਿਤਧਾਰੀ ਵੀ ਉਹੀ ਕੰਮ ਕਰੀ ਜਾਂਦੇ ਹਨ। ਰੱਖੜੀ, ਹੋਲੀ ਤੇ ਜਿਹੜੀ ਲੋਹੜੀ ਹੈ ਇਹਦਾ ਸਿੱਖੀ ਨਾਲ ਸੰਬੰਧ ਕੋਈ ਨਹੀਂ। ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਕਹਿ ਦਿੱਤਾ ਕਿ ਉਦੋਂ ਸਿੱਖ ਰੱਖੜੀਆਂ ਬਣਾਉਂਦੇ ਸਨ ਉੱਥੇ ਆ ਕੇ, ਪਰ ਰੱਖੜੀ ਦਾ ਸੰਬੰਧ ਹੀ ਕੋਈ ਨਹੀਂ, ਨਾ ਮਰਜ਼ਾਦਾ ਵਿੱਚ ਰਹਿਤਨਾਮੇ ਵਿੱਚ ਕਿਤੇ ਦੱਸਿਆ ਹੈ। ਇਸ ਕਰਕੇ ਕੁਦਰਤੀ ਇਹ ਪੁੰਨਿਆ ਜਿਹੜੀ ਹੈ ਇਹ ਪੁੰਨਿਆਂ ਦਾ ਦਿਹਾੜਾ ਸੀ, ਤੇ ਰੱਖੜੀ ਦਾ ਜਿਹੜਾ ਸੰਬੰਧ ਹੈ ਖੁਸ਼ੀ ਦਾ ਨਹੀਂ। ਲੋਕਾਂ ਨੇ ਇਹ ਖੁਸ਼ੀ ਵਾਸਤੇ ਜੋੜ ਦਿੱਤਾ, ਫਿਰ ਲੈਣਾ ਦੇਣਾ ਚੱਲ ਪਿਆ ਭੈਣਾਂ ਭਰਾਵਾਂ ਦਾ, ਕਈਆਂ ਘਰਾਂ ਵਿੱਚ ਲੜਾਈ ਵੀ ਪੈ ਗਈ ਲੈਣੇ ਦੇਣੇ ਤੋਂ। ਪਰ ਅਸਲ ਕਾਰਨ ਹੈ ਇਹ ਸ਼ਹੀਦੀ ਗਾਨਾ ਹੈ। ਜਦੋਂ ਕੋਈ ਰਾਜਾ ਮਹਾਰਾਜਾ ਸੂਰਮਾ ਜੰਗ ਨੂੰ ਚੜ੍ਹਦਾ ਸੀ ਤੇ ਉਸ ਵੇਲੇ ਉਹਦੀ ਘਰ ਦੀ ਜਾਂ ਉਹਦੀ ਕੋਈ ਭੈਣ ਇਹ ਅਰਦਾਸ ਕਰਦੀ, ਸੁਖਣਾ ਸੁਖਦੀ ਸੀ, ਤੇ ਉਹ ਕਹਿੰਦਾ ਸੀ ਮੇਰੀ ਅਰਦਾਸ ਇਹ ਕਰੋ ਜਾਂ ਮੈਂ ਜੰਗ ਜਿੱਤ ਕੇ ਆਵਾਂ ਤੇ ਜਾਂ ਮੈਂ ਸ਼ਹੀਦ ਹੋ ਜਾਵਾਂ, ਮੈਂ ਦੁਸ਼ਮਣ ਦੇ ਵੱਸ ਹੋ ਕੇ ਐਵੇਂ ਕੈਰ ਬਣ ਕੇ ਆਪਣਾ ਜਨਮ ਵਿਅਰਥ ਨਾ ਗਵਾਵਾਂ, ਚਾਰਨ ਕਰੋ ਸ੍ਰੀ ਵਾਹਿਗੁਰੂ। ਉਸ ਵੇਲੇ ਦਾ ਜਿਹੜਾ ਪਰਨ ਹੈ ਉਹਨੂੰ ਲੋਕਾਂ ਨੇ ਰੱਖੜੀ ਦਾ ਖੁਸ਼ੀ ਦਾ ਦਿਹਾੜਾ ਬਣਾ ਦਿੱਤਾ, ਪਰ ਅਸਲੇ ਸ਼ਹੀਦੀ ਦਿਹਾੜੇ ਦੇ ਸੰਬੰਧ ਦੇ ਨਾਲ ਹੈ। ਜਿੱਥੋਂ ਇਹ ਗੱਲ ਚੱਲੀ ਹੈ ਉਸ ਵੇਲੇ ਰੱਖੜੀਆਂ ਦਾ ਕੋਈ ਸੰਬੰਧ ਨਹੀਂ ਸੀ। ਸੋ ਰਹੋ ਵਿਚਾਰ, ਜਿਹੜੇ ਗੁਰਮਤ ਵਾਲੇ ਵਿਰਲੇ ਹਨ ਇਹਨਾਂ ਗੱਲਾਂ ਨੂੰ ਯਾਦ ਰੱਖਦੇ, ਬਾਕੀ ਸਾਰੇ ਹੀ ਰਸਮਾਂ ਕਰੀ ਜਾ ਰਹੇ, ਕਹਿੰਦੇ ਕਹਾਉਂਦੇ ਕੰਮ ਕਰੀ ਜਾ ਰਹੇ ਹਨ। ਸੋ ਗੁਰੂ ਕੀ ਸਾਧ ਸੰਗਤ ਇਹ ਦਿਹਾੜਾ ਜਿਹੜਾ ਹੈ ਸੰਗਤਾਂ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਸ ਸਥਾਨ ਬਾਬਾ ਬਕਾਲਾ ਸਾਹਿਬ ਦੇ ਜੋੜ ਮੇਲਿਆਂ 'ਤੇ ਜਾ ਕੇ ਮਨਾਉਂਦੇ, ਹਾਜ਼ਰੀਆਂ ਭਰਦੇ, ਸੇਵਾ ਕਰਦੇ, ਲਾਹਾ ਖੱਟਦੇ ਹਨ।
ਗੁਰੂ ਕਿਰਪਾ ਕਰੇ ਸਰਬੱਤ ਸੰਗਤਾਂ ਨੂੰ ਦਿਹਾੜਾ ਜਿਹੜਾ ਹੈ ਸਫਲਾ ਹੋਵੇ। ਸੋ ਐਸੀ ਵਿਚਾਰ ਪੰਜਵੇਂ ਪਾਤਸ਼ਾਹ ਜੀ ਇੱਥੇ ਤਾਂ ਦੱਸ ਰਹੇ ਹਨ ਕਿ ਭਾਈ ਜਿਹਦਾ ਸਾਡੇ ਅੰਦਰ ਧਿਆਨ ਹੈ ਉਹਨੂੰ ਹੀ ਅਸੀਂ ਯਾਦ ਕਰ ਸਕਦੇ ਹਾਂ, ਜਿਹਦਾ ਧਿਆਨ ਹੀ ਨਹੀਂ ਤੇ ਯਾਦ ਉਹਨੂੰ ਕੀ ਕਰਨਾ ਹੈ। ਤੇ ਜਿਹੜੇ ਪਰਮੇਸ਼ਰ ਦੇ ਪਿਆਰਿਆਂ ਦੇ ਅੰਦਰ ਰੱਬ ਵਸਦਾ ਹੈ ਉਹਨੂੰ ਸਦਾ ਯਾਦ ਰੱਖਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਸਰਬ ਨਿਰੰਤਰ ਸੋ ਪ੍ਰਭ ਜਾਤਾ, ਭੌੜ ਨ ਜੋਨੀ ਪਰਮ ਰੁਨਾ। ਕਹਿੰਦੇ ਉਸ ਪ੍ਰਭੂ ਨੂੰ ਇੱਕ ਰਸ ਸਾਰਿਆਂ ਵਿੱਚ ਜਾਣਿਆ ਹੈ। ਇਹ ਨਹੀਂ ਵੀ ਹੁਣ ਕਿਸੇ ਦੇ ਵਿੱਚ ਆ ਗਿਆ, ਕਦੇ ਚਲਿਆ ਗਿਆ। ਕਈ ਕਹਿ ਦਿੰਦੇ ਜੀ ਹੁਣ ਸਾਡੇ ਵਿੱਚ ਫਲਾਨਾ ਆ ਗਿਆ, ਫਲਾਣੇ ਸ਼ਹੀਦ ਦਾ ਪਹਿਰਾ ਆ ਗਿਆ, ਫਲਾਣਾ ਮਹਾਂਪੁਰਖ ਆ ਗਿਆ। ਉਹ ਪਰਮੇਸ਼ਰ ਦੀ ਸ਼ਕਤੀ ਜੇ ਹੈ ਤੇ ਉਹ ਤਾਂ ਸਦਾ ਹੀ ਰਹਿੰਦੀ, ਕਦੇ ਜਾਂਦੀ ਨਹੀਂ। ਉਹ ਕਿਸੇ ਹੋਰ ਦਾ ਨਾਂ ਨਹੀਂ ਵਰਤਦਾ, ਕਦੀ ਕਿਸੇ ਦਾ ਲੈ ਲਿਆ, ਕਦੀ ਕਿਸੇ ਦਾ ਲੈ ਲਿਆ। ਕਦੀ ਕਹਿ ਦਿੱਤਾ ਦੇਵੀ ਆ ਗਈ, ਕਦੀ ਕਹਿ ਦਿੱਤਾ ਪੀਰ ਆ ਗਿਆ, ਕਦੀ ਕਹਿ ਦਿੱਤਾ ਕੋਈ ਹੋਰ ਆ ਗਿਆ। ਇਹ ਕਾਲ ਦੀ ਸ਼ੈਤਾਨੀ ਹੁੰਦੀ ਹੈ। ਅਵਗਤ ਰੂਹਾਂ ਆਪਣਾ ਨਾਂ ਬਦਲਾ ਕੇ ਤੇ ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਇਸ ਪਾਸੇ ਤੋਰ ਲੈਂਦੇ ਹਨ, ਤੇ ਗੁਰਮੁਖ ਜਿਹੜੇ ਹਨ ਉਹ ਆਪਣੀ ਮਰਜ਼ਾਦਾ ਨੂੰ ਛੱਡਦੇ ਨਹੀਂ, ਜੇ ਗੁਰੂ ਉਹਨਾਂ ਨੂੰ ਸੋਝੀ ਬਖਸ਼ੇ। ਇਸ ਪ੍ਰਕਾਰ ਉਹ ਸਮਝਦੇ ਕਿ ਪਰਮੇਸ਼ਰ ਸਦਾ ਹੀ ਸਾਰਿਆਂ ਵਿੱਚ ਵਸਦਾ ਹੈ, ਉਹ ਕਦੇ ਬਾਹਰ ਨਹੀਂ ਹੁੰਦਾ ਕਿਸੇ ਤੋਂ। ਪਰ ਜਿਹੜਾ ਉਹਨੂੰ ਯਾਦ ਕਰਦਾ ਉਹਦੇ ਵਿੱਚ ਪ੍ਰਗਟ ਹੋ ਜਾਂਦਾ ਹੈ, ਦੂਜਿਆਂ ਵਿੱਚ ਗੁਪਤ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਨੇ ਤੈਨੂੰ ਜਾਣਿਆ ਕਿ ਤੂੰ ਸਦਾ ਹਰ ਥਾਂ 'ਤੇ ਵਸਦਾ ਹੈ, ਉਹ ਫਿਰ ਦੁਨੀਆ ਵਿੱਚ ਭੌਂਦਾ ਹੈ, ਰੁਦਨ ਨਹੀਂ ਕਰਦਾ, ਤਰਲੇ ਨਹੀਂ ਲੈਂਦਾ, ਕਦੀ ਕਿਸੇ ਦੇ ਅੱਗੇ ਜਾ ਕੇ ਕਦੀ ਕਿਸੇ ਦੇ ਅੱਗੇ ਰੋਣਾ ਨਹੀਂ ਕਰਦਾ, ਸਿਰ ਨਹੀਂ ਸੁੱਟਦਾ ਇੱਥੋਂ ਨਹੀਂ ਉੱਥੇ ਚਲੇ ਜਾਈਏ, ਉੱਥੇ ਚਲੇ ਜਾਈਏ। ਕਈ ਬੇਨਤੀ ਕਿਤੇ ਕਰਦੇ, ਅਰਦਾਸ ਕਿਤੇ ਕਰਦੇ ਤੇ ਮੁੜ ਕੇ ਕਹਿੰਦੇ ਸਾਡਾ ਪਰਨ ਫਲਾਣੇ ਪਾਸੇ ਹੈ। ਤੇ ਸਤਿਗੁਰੂ ਜੀ ਕਹਿੰਦੇ ਭਾਈ ਜੇ ਪਿਛਲੇ ਵਾਅਦੇ ਪੂਰੇ ਕਰੀਏ ਤੇ ਪਤਾ ਨਹੀਂ ਕਿੰਨੇ ਜਨਮ ਧਾਰੇ, ਕਿੰਨੇ ਥਾਵਾਂ 'ਤੇ ਸਾਡਾ ਲੈਣਾ ਦੇਣਾ ਪਿਛਲਾ ਫਸਿਆ ਹੋਵੇ। ਤੇ ਜਦੋਂ ਗੁਰੂ ਘਰ ਨਵਾਂ ਜਨਮ ਹੁੰਦਾ, ਗੁਰਸਿੱਖ ਬਣਦਾ ਹੈ ਕੋਈ, ਤੇ ਮਹਾਰਾਜ ਦੀ ਬਾਣੀ ਕਹਿੰਦੀ ਸਤਿਗੁਰ ਕੇ ਜਨਮੇ ਗਵਨ ਮਟਾਇਆ। ਇਹ ਗੁਰੂ ਕੇ ਸਿੱਖ ਦਾ ਨਵਾਂ ਜਨਮ ਹੁੰਦਾ ਹੈ। ਜਦੋਂ ਗੁਰਸਿੱਖੀ ਨੂੰ ਪ੍ਰਾਪਤ ਹੋ ਜਾਵੇ ਤੇ ਪਿਛਲਾ ਲੇਖਾ ਜਿਹੜਾ ਸਾਰਾ ਬਦਲ ਜਾਂਦਾ ਹੈ। ਇੱਥੇ ਦੇ ਚੋਰ ਆਣ ਕੇ ਮਹਾਂਪੁਰਖ ਬਣ ਜਾਂਦੇ ਹਨ, ਤੇ ਬਾਕੀ ਇਨਸਾਨਾਂ ਦੀ ਕੀ ਗੱਲ ਹੈ। ਪਰ ਜਿਹਦਾ ਵਿਸ਼ਵਾਸ ਹੈ, ਸਤਿਗੁਰੂ ਜੀ ਕਹਿੰਦੇ ਨਿਸ਼ਾਨੀ ਹੈ ਜਿਹਦੇ ਅੰਦਰ ਤੂੰ ਵਸਿਆ ਹੈ, ਉਹ ਤੇਰਾ ਦਰ ਛੱਡ ਕੇ ਹੋਰ ਥਾਂ 'ਤੇ ਕਿਸੇ ਨੂੰ ਉਹਦੇ ਬਰਾਬਰ ਸਮਝਦੇ ਨਹੀਂ, ਤੇ ਨਾ ਉਹਦੇ ਬਰਾਬਰ ਕੋਈ ਸਥਾਨ ਬਣਾ ਕੇ ਉਹਨੂੰ ਮੰਨਦੇ ਹੀ ਹਨ। ਤੇਰੇ ਸਥਾਨ 'ਤੇ ਆ ਕੇ ਸਭ ਕੁਝ ਹੱਥ ਅੱਡ ਕੇ ਸੇਵਾ ਕਰਕੇ ਹਾਜ਼ਰੀ ਭਰ ਕੇ ਝੋਲੀਆਂ ਭਰਦੇ ਹਨ। ਸੁਖ ਸਹਿਜ ਆਨੰਦ ਨਾਮ ਰਸ ਅਨਹਦ ਬਾਣੀ ਸਹਿਜ ਤੁਨਾ। ਜਿਸ ਨੇ ਪ੍ਰੇਮ ਸਹਿਤ ਇੱਕ ਰਸ ਨਾਮ ਬਾਣੀ ਨੂੰ ਪ੍ਰੇਮ ਦੇ ਨਾਲ ਸਹਿਜੇ ਉਚਾਰਿਆ ਹੈ, ਕੋਈ ਕਾਹਲੀ ਨਹੀਂ ਕਰਨੀ, ਕੋਈ ਇਹ ਨਾ ਹੋਵੇ ਸਾਹ ਹੀ ਚੜ੍ਹ ਜਾਵੇ ਸਾਹ ਮੁੜੇ ਨਾ, ਕਿਉਂਕਿ ਉਹਦਾ ਤੇ ਅੰਤ ਨਹੀਂ ਆਉਂਦਾ। ਇਹ ਨਹੀਂ ਕਿ 2-4 ਮਿੰਟਾਂ ਵਿੱਚ ਜ਼ਿਆਦਾ ਉਹਨੂੰ ਯਾਦ ਕਰਕੇ ਤੇ ਮੁੜ ਕੇ ਘਟ ਜਾਈਏ। ਉਹਨੂੰ ਸਦਾ ਹੀ ਸ਼ਾਂਤੀ ਦੇ ਨਾਲ ਪ੍ਰੇਮ ਦੇ ਨਾਲ ਯਾਦ ਕਰਨਾ। ਜਿਵੇਂ ਕਿਸੇ ਇੱਥੇ 2 ਬਚਨ ਰਲਦੇ ਹਨ, ਇੱਕ ਤੇ ਕੋਈ ਬਹੁਤਾ ਸਤਿਕਾਰਯੋਗ ਸੱਜਣ ਮਿੱਤਰ ਜਾਂ ਕੋਈ ਰਿਸ਼ਤੇਦਾਰ ਹੋਵੇ, ਜਿਵੇਂ ਉਹਦੇ ਨਾਲ ਪ੍ਰੇਮ ਨਾਲ ਬਚਨ ਕਰੀਦੇ ਹਨ। ਤੇ ਜਾਂ ਇੱਕ ਬੱਚਾ ਹੁੰਦਾ ਹੈ, ਉਹਦਾ ਕੋਮਲ ਹਿਰਦਾ ਹੁੰਦਾ ਹੈ, ਉਹਨੂੰ ਬੜੇ ਪ੍ਰੇਮ ਦੇ ਨਾਲ ਕੋਣਾ ਪੈਂਦਾ ਹੈ, ਬਚਨ ਕਰਨਾ ਪੈਂਦਾ ਹੈ, ਫਿਰ ਉਹ ਖੁਸ਼ ਹੁੰਦਾ ਹੈ। ਇਸੇ ਪ੍ਰਕਾਰ ਪਰਮੇਸ਼ਰ ਨੂੰ ਪ੍ਰੇਮ ਨਾਲ ਸਹਿਜ ਸ਼ਾਂਤੀ ਦੇ ਨਾਲ ਯਾਦ ਕੀਤਾ ਜਾਵੇ ਤੇ ਫਿਰ ਉਹਦਾ ਜਿਹੜਾ ਹੈ ਅਸਲ ਲਾਹਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਸਹਿਜ ਨਾਲ ਉਹਨੂੰ ਯਾਦ ਕੀਤਾ ਹੈ ਪ੍ਰੇਮ ਦੇ ਨਾਲ, ਉਸ ਨੂੰ ਅਚੁੱਤ ਸੁੱਖ ਦਾ ਆਨੰਦ ਪ੍ਰਾਪਤ ਹੋਇਆ। ਅਚੁੱਤ ਕਹਿੰਦੇ ਜਿਹੜਾ ਸੁੱਖ ਕਦੇ ਮੁੱਕਦਾ ਨਹੀਂ, ਉਹ ਆਨੰਦ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਉਹ ਆਨੰਦ ਹੈ ਜਿਹੜਾ 3-4 ਪ੍ਰਕਾਰ ਦਾ ਗੁਰੂ ਅਮਰਦਾਸ ਜੀ ਨੇ ਆਨੰਦ ਦੱਸਿਆ, ਜਿਹੜਾ ਸਭ ਤੋਂ ਵੱਡਾ ਆਨੰਦ ਹੈ। ਹਰ ਪਾਸਿਓਂ ਆਨੰਦ ਦੀ ਖਬਰ, ਹਰ ਸਮੇਂ ਹਰ ਕਾਰਜ ਵਿੱਚ ਆਨੰਦ ਹੀ ਰਹਿੰਦਾ ਹੈ, ਉਹ ਪੂਰੇ ਗੁਰੂ ਕੋਲੋਂ ਪ੍ਰਾਪਤ ਹੁੰਦਾ ਹੈ। ਜਾਂ ਜਿਸ ਨੇ ਅਨਹਦ ਇੱਕ ਇਸ ਗੁਰਬਾਣੀ ਦੀ ਧੁਨੀ ਸੁਭਾਵਕ ਲਗਾਈ ਹੈ, ਉਸ ਨੂੰ ਨਾਮ ਦਾ ਰਸ ਤੇ ਇਹ ਵੱਡਾ ਅਚੁੱਤ ਸੁੱਖ ਦਾ ਆਨੰਦ ਜਿਹੜਾ ਹੈ ਉਹ ਪ੍ਰਾਪਤ ਹੋਇਆ ਹੈ। ਸੋ ਤਨਵੰਤਾ ਜਿਨ ਪ੍ਰਭ ਧਿਆਇਆ, ਸੋ ਪਤਵੰਤਾ ਜਿਨ ਸਾਧ ਸੰਗ ਪਾਇਆ। ਜਿਸ ਨੇ ਪ੍ਰਭੂ ਨੂੰ ਯਾਦ ਕੀਤਾ ਧਿਆਇਆ ਹੈ, ਉਹ ਪੁਰਸ਼ ਧਨਾੜ ਹੋਇਆ ਹੈ। ਜਿਸ ਨੇ ਸੰਤਾਂ ਦਾ ਸਤਸੰਗ ਕਰਨਾ ਪਾਇਆ ਹੈ, ਪੂਰਾ ਇੱਤ ਵਾਲਾ ਹੋਇਆ ਹੈ।
ਸਤਿਗੁਰੂ ਜੀ ਕਹਿੰਦੇ ਜਿਨ ਕੇ ਪੱਲੇ ਧਨ ਵਸੇ ਤਿਨ ਕਾ ਨਾਉ ਪਖੀਰ, ਜਿਨ ਕੇ ਹਿਰਦੇ ਤੂੰ ਵਸੇ ਤੇ ਨਰ ਗੁਣੀ ਗਹੀਰ। ਇਸ ਪ੍ਰਕਾਰ ਬਚਨ ਆਉਂਦਾ ਹੈ। ਮਹਾਰਾਜ ਜਿਹਦੇ ਹਿਰਦੇ ਵਿੱਚ ਤੂੰ ਵਸਦਾ ਹੈ ਉਹਦੇ ਵਰਗਾ ਕੋਈ ਸ਼ਾਹੂਕਾਰ ਰਾਜਾ ਨਹੀਂ, ਤੇ ਜਿਹਦੇ ਹਿਰਦੇ ਤੂੰ ਨਹੀਂ ਵਸਦਾ ਭਾਵੇਂ ਸਾਰੀ ਦੁਨੀਆ ਦਾ ਕਰੋੜਾਂਪਤੀ ਛਤਰਪਤੀ ਰਾਜਾ ਹੋਵੇ, ਉਹ ਸਭ ਤੋਂ ਕੰਗਾਲ ਹੋ ਤੇ ਅਜੇ ਵੀ ਮੰਗ ਰਿਹਾ। ਉਹ ਤੇ ਲੋਕਾਂ ਦਾ ਲਹੂ ਨਿਚੋੜ ਕੇ ਧਨ ਇਕੱਠਾ ਕਰ ਰਿਹਾ। ਰਾਜਾ ਕਿਵੇਂ ਉਹ ਤੇ ਕੰਗਾਲ ਹੈ। ਰਾਜਾ ਉਹ ਹੈ ਜਿਹਦਾ ਮਨ ਰੱਜਿਆ ਹੋਇਆ ਹੈ, ਤੇ ਰੱਜਣਾ ਹੈ ਗੁਰੂ ਦੀ ਕਿਰਪਾ ਨਾਲ। ਪਾਰ ਬ੍ਰਹਮ ਜਾ ਕੈ ਮਨ ਉਠਾ, ਸੋ ਪੂਰ ਕਰਮ ਨਾਸ਼ਨਾ। ਜਿਸ ਪੁਰਸ਼ ਦੇ ਮਨ ਵਿੱਚ ਪਾਰ ਬ੍ਰਹਮ ਵਸਿਆ ਹੈ ਉਹ ਪੂਰਿਆਂ ਭਾਗਾਂ ਵਾਲਾ ਹੈ, ਤੇ ਉਸ ਦੇ ਪਾਸੋਂ ਕੁਝ ਲੁਕਿਆ ਹੋਇਆ ਨਹੀਂ ਹੈ। ਪਰਮੇਸ਼ਰ ਉਹਦੇ ਕੋਲੋਂ ਕੁਝ ਲੁਕਾਉਂਦਾ ਨਹੀਂ, ਕਿਉਂਕਿ ਜਿਹੜੇ ਸਿਆਣੇ ਵਿਦਵਾਨਾਂ ਦਾ ਕਹਿਣਾ ਹੈ, ਉਹ ਕਹਿੰਦੇ ਮੰਗਣ ਵਾਲਿਓ ਕਰੋ ਫਰਿਆਦ ਕੋਈ, ਦੇਵਨ ਹਾਰ ਦਾਤਾਰ ਕਰਤਾਰ ਬੈਠਾ। ਕਹਿੰਦੇ ਇੱਕ ਸ਼ਰਧਾ ਦੀ ਝੋਲੀ ਤੇ ਬਣਾਓ, ਸ਼ਰਧਾ ਦਾ ਉਹਦੇ ਗਾੜੀ ਭਾਂਡਾ ਤੇ ਕਰੋ। ਉਹ ਦੇਣ ਲੱਗਿਆਂ ਕੋਈ ਸਮਾਂ ਨਹੀਂ ਲਾਉਂਦਾ। ਸਾਡੀ ਸ਼ਰਧਾ ਨਹੀਂ ਬਣਦੀ। ਸਾਡੇ ਭਾਂਡੇ ਵਿੱਚ ਛੇਕ ਹੈ, ਭਾਵ ਸਾਡੀ ਸ਼ਰਧਾ ਹੋਰ ਕਿਸੇ ਪਾਸੇ ਮੰਗਦੇ ਕਿਤਿਓਂ ਹਾਂ, ਤੇ ਆਸ ਤਾਂ ਨਹੀਂ ਪੂਰੀ ਹੁੰਦੀ। ਬੈਠੇ ਕਿਤੇ ਨਾ ਕਿਸੇ ਦਾ ਲਹਿਰ ਹੈ। ਇਸ ਪਾਸੇ ਸਤਿਗੁਰੂ ਜੀ ਕਹਿੰਦੇ ਜਿਹੜੇ ਇੱਧਰ ਆਏ ਹਨ ਗੁਰੂ ਕੇ ਘਰ ਦੇ ਵਿੱਚ ਜਿਨ੍ਹਾਂ ਆਸਰਾ ਤੱਕਿਆ ਹੈ, ਉਸ ਪਾਸੋਂ ਉਹ ਕੁਝ ਖੋਇਆ ਨਹੀਂ ਜਾਂਦਾ, ਕੋਈ ਲੁਕਾਉਂਦਾ ਨਹੀਂ, ਜਾਂ ਉਸ ਦੇ ਪਾਸੋਂ ਕਿਸੇ ਦਾ ਨਾਸ ਨਹੀਂ ਹੁੰਦਾ। ਉਹ ਸਦਾ ਹੀ ਹਰ ਇੱਕ ਦਾ ਭਲਾ ਚਾਹੁੰਦਾ ਹੈ। ਜਲ ਥਲ ਮਹੀਅਲ ਸੁਆਮੀ ਸੋਈ, ਅਵਰ ਨ ਕਹੀਐ ਦੂਜਾ ਕੋਈ। ਜਲਾ ਥਲਾਂ ਵਿੱਚ ਭਾਵ ਪ੍ਰਿਥਵੀ ਤੇ ਆਕਾਸ਼ ਆਦਿਕ ਸਾਰਿਆਂ ਥਾਵਾਂ 'ਚ ਸਾਰਿਆਂ ਦੇ ਵਿੱਚ ਉਹ ਸੁਆਮੀ ਪੂਰਨ ਹੈ, ਵਸਦਾ ਹੈ, ਪੂਰੀ ਸ਼ਕਤੀ ਹੈ। ਉਸ ਵਰਗਾ ਹੋਰ ਕੋਈ ਦੂਜਾ ਨਹੀਂ ਕਿਹਾ ਜਾਂਦਾ ਜੋ ਉਹਦੇ ਬਰਾਬਰ ਹੋਵੇ। ਜੇ ਉਹਦੇ ਬਰਾਬਰ ਕੋਈ ਨਹੀਂ ਤੇ ਉਹਨੂੰ ਛੱਡਣਾ ਕਿਉਂ। ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ, ਅਵਰ ਨ ਦੀਸੈ ਏਕ ਬਿਨਾ। ਮਹਾਰਾਜ ਜੀ ਕਥਨ ਕਰਦੇ ਹਨ, ਗੁਰੂ ਨੇ ਬੁੱਧੀ ਰੂਪ ਅੱਖਾਂ ਵਿੱਚ ਗਿਆਨ ਰੂਪ ਸੁਰਮਾ ਪਾ ਕੇ ਸਾਰਾ ਭਰਮ ਰੂਪ ਜਿਹੜਾ ਰੋਗ ਹੈ ਉਹ ਕੱਟ ਦਿੱਤਾ ਹੈ। ਭਾਵ ਗਿਆਨ ਬਖਸ਼ ਕੇ ਮਤ ਨੂੰ ਸ਼ੁੱਧ ਕਰਕੇ ਤੇ ਭਰਮ ਦੂਰ ਕਰ ਦਿੱਤਾ। ਜਿੱਥੇ ਗਿਆਨ ਹੈ ਉੱਥੇ ਭਰਮ ਨਹੀਂ, ਜਿੱਥੇ ਅਗਿਆਨ ਹੈ ਉੱਥੇ ਵਹਿਮ ਤੇ ਭਰਮ ਹੈ। ਇਸ ਕਰਕੇ ਇੱਕ ਪ੍ਰਭੂ ਤੋਂ ਬਿਨਾਂ ਹੋਰ ਕੋਈ ਦਿਸਦਾ ਨਹੀਂ ਹੈ। ਊਚੇ ਤੇ ਊਚਾ ਦਰਬਾਰਾ, ਕਹਿਣ ਨ ਜਾਈ ਅੰਤ ਨ ਪਾਰਾ। ਹੁਣ ਕਈ ਵਾਰ ਅਸੀਂ ਕਹਿ ਦਿੰਦੇ ਊਚੇ ਸੇ ਉੱਚਾ ਭਗਵੰਤ, ਅਰਥ ਤੇ ਭਾਵੇਂ ਉਹੀ ਬਣਦਾ ਪਰ ਅੱਖਰ ਇਹ ਨਹੀਂ। ਜੋ ਗੁਰੂ ਕਾ ਹੁਕਮ ਹੈ ਊਚੇ ਤੇ ਉੱਚਾ ਭਗਵੰਤ, ਇਸ ਤਰ੍ਹਾਂ ਉੱਥੇ ਮਹਾਰਾਜ ਨੇ ਦਰਜ ਕੀਤਾ ਹੈ। ਸਤਿਗੁਰੂ ਜੀ ਫਰਮਾਨ ਕਰਦੇ, ਹੇ ਪ੍ਰਭੂ ਆਪ ਜੀ ਦਾ ਪ੍ਰਤੱਖ ਦਰਬਾਰ ਤੇ ਸਤਸੰਗ ਦਰਬਾਰ ਉੱਚਿਆਂ ਤੋਂ ਉੱਚਾ ਹੈ। ਆਪ ਜੀ ਦੇ ਪਾਰ ਉਰਵਾਰ ਦਾ ਅੰਤ ਕਿਆ ਨਹੀਂ ਜਾਂਦਾ। ਗੈਰ ਗੰਭੀਰ ਅਥਾ ਸੁਆਮੀ ਅਤੁਲ ਨਾ ਜਾਈ ਕਿਆ ਮਿਨਾ। ਹੇ ਸੁਆਮੀ ਪਰਮਾਤਮਾ ਤੋਂ ਗੈਰ ਗੰਭੀਰ ਅਥਾ ਤੇ ਅਤੋਲ ਹੈ, ਤੋਲਿਆ ਨਹੀਂ ਜਾਂਦਾ। ਤੇਰੀ ਮਿਣਤੀ ਕਿਸੇ ਨੇ ਕੀ ਕਰਨੀ ਹੈ। ਇਸ ਕਰਕੇ ਤੂੰ ਸਾਰਿਆਂ ਤੋਂ ਬੇਅੰਤ ਹੈ। ਤੂੰ ਕਰਤਾ ਤੇਰਾ ਸਭ ਕੀਆ, ਤੁਝ ਬਿਨ ਅਵਰ ਨ ਕੋਈ ਬੀਆ। ਤੂੰ ਕਰਤਾ ਪੁਰਖ ਹੈ। ਸਾਰਿਆਂ ਜਗਤ, ਇਹ ਸਾਰਾ ਜਗਤ ਸੰਸਾਰ ਤੇਰਾ ਕੀਤਾ ਹੋਇਆ ਹੈ। ਪਿੱਛੇ ਵੀ ਤੂੰ ਸਾਰਿਆਂ ਦਾ ਕਰਤਾ ਸੀ, ਹੁਣ ਵੀ ਸਭ ਕੁਝ ਤੇਰਾ ਕੀਤਾ ਹੋਇਆ ਹੈ। ਆਪ ਜੀ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ। ਤੇ ਹੁਣ ਬਾਣੀ ਕਹਿੰਦੀ ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਹ ਮੂਲ ਮੰਤਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਤੇ ਅੱਜ ਕੱਲ੍ਹ ਜਿਹੜੇ ਸਾਨੂੰ ਇਸ ਗੁਰੂ ਦੀ ਬਾਣੀ ਤੋਂ ਤੋੜਨ ਵਾਲੇ ਕਹਿੰਦੇ ਗੁਰਪ੍ਰਸਾਦ ਤੋਂ ਅੱਗੇ ਪੜ੍ਹੋ ਨਾ, ਉਹਨਾਂ ਦੀ ਚਾਲ ਹੈ ਕਿ ਨਾਨਕ ਦਾ ਵਿੱਚੋਂ ਨਾ ਕੱਢ ਦਿਓ, ਆਪੇ ਸ਼ਕਤੀ ਘਟ ਜਾਵੇਗੀ ਤੇ ਇਹਨਾਂ ਨੂੰ ਲਾਹ ਨਾ ਮਿਲੇਗਾ। ਚਾਰਨ ਕਰੋ ਸ੍ਰੀ ਵਾਹਿਗੁਰੂ। ਉਹ ਉਦਾਹਰਨ ਦੇ ਦਿੰਦੇ ਕਿ ਅੱਗੇ ਦੋ ਡੰਡੀਆਂ ਆ ਗਈਆਂ, ਅੱਗੇ ਪੜ੍ਹਨਾ ਨਹੀਂ। ਸਾਰੇ ਜਿੱਥੋਂ ਰਾਗ ਆਰੰਭ ਹੁੰਦੇ ਉੱਥੇ ਮੰਗਲਾਚਰਨ ਗੁਰਪ੍ਰਸਾਦ ਤੱਕ ਹਨ, ਉਹ ਮੰਗਲਾਚਰਨ ਹੈ। ਪਰ ਜਿੱਥੇ ਮੂਲ ਮੰਤਰ ਦੀ ਵਿਚਾਰ ਆਉਂਦੀ ਹੈ, ਇਹ ਜੇ ਪਤਾ ਲੱਗੇ ਜਿਵੇਂ ਗੱਡੀ ਦੇ ਵਿੱਚ ਚਾਬੀ ਨਹੀਂ ਹੁੰਦੀ, ਚਾਬੀ ਮਾਲਕ ਦੇ ਕੋਲ ਹੁੰਦੀ ਹੈ। ਇਹ ਕੁੰਜੀ ਗੁਰੂ ਦੇ ਕੋਲ ਹੈ, ਜਿਨ੍ਹਾਂ ਪੰਜਾਂ ਪਿਆਰਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਤੇ ਜਿਹੜੇ ਪੰਜ ਪਿਆਰੇ ਪੂਰੀ ਮਰਜ਼ਾਦਾ ਵਾਲੇ ਹਨ, ਉਹ ਪੰਜ ਬਾਣੀਆਂ ਦਾ ਸੰਪੂਰਨ ਪਾਠ ਕਰਕੇ, ਪੂਰਨ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਕਰਕੇ ਇਹ ਸਿੱਖਿਆ ਦਿੰਦੇ ਹਨ, ਭਾਈ ਅੱਜ ਤੋਂ ਵੱਡੀ ਤਾਕਤ ਸ਼ਕਤੀ ਇਹੀ ਹੈ। ਇਸ ਕਰਕੇ ਸਤਿਗੁਰੂ ਜੀ ਕਥਨ ਕਰਦੇ, ਉਹ ਪਿੱਛੇ ਵੀ ਹੈ, ਹੁਣ ਵੀ ਹੈ ਤੇ ਅੱਗੇ ਵੀ ਹੋਵੇਗਾ।
ਤੇ ਇਹ ਤਾਂ ਨਾਲ ਆਦ ਸੱਚ ਜੁਗਾਦ ਸੱਚ ਗੁਰੂ ਨਾਨਕ ਨੇ ਆਪ ਦੱਸਿਆ ਹੈ। ਗੁਰਪ੍ਰਸਾਦ ਤੱਕ ਪਰਮੇਸ਼ਰ ਨੇ ਇਹਨਾਂ ਨੂੰ ਦਾਤ ਬਖਸ਼ੀ ਹੈ। ਉਹਨੂੰ ਮਹਾਂ ਮੰਤਰ ਕਿਹਾ ਜਾਂਦਾ ਹੈ। ਤੇ ਮੇਰਾ ਮੂਲ ਮੰਤਰ ਹੈ। ਮੂਲ ਮੰਤਰ ਤੋਂ ਭਾਵ ਮਹਾਰਾਜ ਜਾਣਦੇ ਸਨ, ਕੋਈ ਇਹ ਨਾ ਕਿ ਪਿਛਲੇ ਸਮੇਂ ਦੀ ਗੱਲ ਹੁਣ ਨਹੀਂ। ਤੇ ਸਤਿਗੁਰੂ ਜੀ ਕਹਿੰਦੇ ਇਹ ਸਦਾ ਵਾਸਤੇ ਵਰਤੇਗਾ। ਏਡੀ ਵੱਡੀ ਖੁੱਲੀ ਇਹ ਜਿਹੜੀ ਉਹਨਾਂ ਮਨਿਆਦ ਰੱਖ ਦਿੱਤੀ, ਕਦੇ ਉਹਦੀ ਸ਼ਕਤੀ ਘਟੇਗੀ ਨਹੀਂ। ਆਦ ਮਦ ਅੰਤ ਪ੍ਰਭ ਤੂੰ ਹੈ, ਸਗਲ ਪਸਾਰਾ ਤੁਮ ਤਨਾ। ਹੇ ਪ੍ਰਭੂ, ਸ੍ਰਿਸ਼ਟੀ ਦੇ ਪਹਿਲੇ ਤੂੰ ਸੀ, ਵਿਚਕਾਰ ਵੀ ਤੂੰ ਹੈ, ਅੰਤ ਵੇਲੇ ਵੀ ਤੂੰ ਹੀ ਹੋਏਗਾ। ਇਹ ਸਾਰਾ ਸੰਸਾਰ ਪਸਾਰਾ ਤੇਰਾ ਹੀ ਤਾਣਿਆ ਹੋਇਆ ਹੈ। ਤੇ ਹੁਣ ਨਵੇਂ ਵਿਦਵਾਨ ਕਹਿ ਦਿੰਦੇ ਜੀ ਮੱਧ ਲਾਉਣ ਦੀ ਲੋੜ ਹੀ ਨਹੀਂ, ਰਾਗ ਮਾਲਾ ਦੀ ਲੋੜ ਹੀ ਨਹੀਂ। ਜਿਹੜਾ ਗੁਰੂ ਕੀ ਕੀਤੀ ਹੋਈ ਆਗਿਆ ਨੂੰ ਬਦਲਦਾ ਹੈ, ਗੁਰੂ ਕਾ ਸਿੱਖ ਕਿਵੇਂ ਕਹਾਵੇਗਾ? ਉਹਦੇ ਕੋਲ ਪੂਰੀ ਮਰਜ਼ਾਦਾ ਕਿੱਥੋਂ ਲੱਭੇਗੀ? ਜਿਹੜਾ ਅਗਲੇ ਨੂੰ ਘਟਾ ਰਿਹਾ, ਜਿਹੜਾ ਗੁਰੂ ਕਾ ਸਿੱਖ ਹੋਵੇਗਾ ਉਹ ਮਰਜ਼ਾਦਾ ਨੂੰ ਹੋਰ ਸਾਂਭ ਸੰਭਾਲ ਕੇ ਅੱਗੇ ਤੋਰਦਾ ਹੈ, ਉਹਦੀ ਘਾਟਵਾਦ ਨਹੀਂ ਕਰਦਾ। ਤੇ ਇਸ ਕਰਕੇ ਮਹਾਰਾਜ ਤੇਰਾ ਹੀ ਇਹ ਸਾਰਾ ਸੰਸਾਰ ਰਚਨਾ, ਜੋ ਜਿਵੇਂ ਤੇਰਾ ਹੀ ਪੁੱਤਰ ਹੈ, ਤੇਰਾ ਹੀ ਸਰੂਪ ਹੈ, ਸਾਰਿਆਂ ਵਿੱਚ ਤੇਰੀ ਤਾਕਤ ਹੈ। ਸੋ ਗੁਰੂ ਪਿਆਰੇ ਸਾਧ ਸੰਗਤ, ਅੱਜ ਦੀ ਇਸ ਵਿਚਾਰ ਦੀ ਵਿਸਰਾਮਤਾ ਤੇ ਇਹ ਸ਼ਬਦ ਦੀ ਸੰਪੂਰਨਤਾ ਕਰ ਰਹੇ ਸਤਿਗੁਰੂ ਜੀ ਇਹਨਾਂ ਤੁਕਾਂ ਵਿੱਚ ਕਿਰਪਾ ਕਰਦੇ ਹਨ। ਜਮ ਦੂਤ ਤਿਸ ਨਿਕਟ ਨ ਆਵੈ, ਸਾਧ ਸੰਗ ਹਰ ਕੀਰਤਨ ਗਾਵੈ। ਫਿਰ ਜਿਹਨੂੰ ਇਹ ਯਕੀਨ ਆ ਗਿਆ ਉਸ ਦੇ ਨੇੜੇ ਜਮਦੂਤ ਨਹੀਂ ਆਉਂਦਾ, ਜੋ ਸਤ ਸੰਗਤ ਵਿੱਚ ਬੈਠ ਕੇ ਹਰੀ ਦੇ ਕੀਰਤਨ ਨੂੰ ਗਾਉਂਦਾ ਹੈ। ਸਗਲ ਮਨੋਰਥ ਤਾਂ ਕੇ ਪੂਰਨ, ਜੋ ਸਰਵਣੀ ਪ੍ਰਭ ਕਾ ਜਸ ਸੁਨਾ। ਉਸ ਦੇ ਸਾਰੇ ਮਨੋਰਥ ਪੂਰੇ ਹੁੰਦੇ ਹਨ। ਇੱਕ ਕਾਰਜ ਵਾਸਤੇ ਕਿੰਨੇ ਯਤਨ ਕਰਦੇ ਲੋਕ, ਇੱਕ ਕਾਰਜ ਵੀ ਪੂਰਾ ਨਹੀਂ ਹੁੰਦਾ। ਤੇ ਗੁਰੂ ਐਸਾ ਸਮਰੱਥ ਹੈ, ਜਿਹਦੇ ਇੱਕ ਦਾ ਘਰ ਦਾ ਆਸਰਾ ਤੱਕ ਲਿਆ, ਉਹਦੇ ਸਾਰੇ ਕਾਰਜ ਪੂਰੇ ਕਰ ਦਿੰਦਾ ਹੈ। ਜੋ ਪ੍ਰਭੂ ਦਾ ਜਸ ਕੰਨੀ ਸੁਣਦਾ ਹੈ, ਜ਼ਬਾਨ ਦੇ ਨਾਲ ਕਹਿੰਦਾ ਹੈ ਤੇ ਹਿਰਦੇ ਵਿੱਚ ਵਸਾਉਂਦਾ ਹੈ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਾ ਭਰਪੂਰ। ਇਸ ਕਰਕੇ ਤੂੰ ਸਭਨਾ ਕਾ ਸਭ ਕੋ ਤੇਰਾ, ਸੱਚ ਸਾਹਿਬ ਗੈਰ ਗੰਭੀਰਾ। ਹੇ ਗਹਿਰਾ ਕਹਿੰਦੇ ਡੂੰਘਾ, ਤੇ ਗੰਭੀਰਾ ਕਹਿੰਦੇ ਜਿਹਨੂੰ ਕੋਈ ਹਿਲਾ ਨਹੀਂ ਸਕਦਾ। ਹੇ ਡੂੰਘੇ ਤੇ ਨਿਰਹਲ ਸੱਚੇ ਸਹਿਬ ਪ੍ਰਮਾਤਮਾ, ਤੂੰ ਸਾਰਿਆਂ ਦਾ ਮਾਲਕ ਹੈ ਤੇ ਸਭ ਕੋਈ ਤੇਰਾ ਦਾਸ ਹੈ। ਪਰ ਸਾਰੇ ਤੇਰੇ ਆਸਰੇ ਨੂੰ ਤੱਕਦੇ ਨਹੀਂ। ਹੈ ਤੂੰ ਸਾਰਿਆਂ ਦਾ ਮਾਲਕ, ਸਾਰੇ ਤੈਨੂੰ ਜਾਣਦੇ ਨਹੀਂ। ਜਿਹਨੂੰ ਇਹ ਸੋਝੀ ਆ ਗਈ, ਗੁਰੂ ਕੋਲ ਆਇਆ, ਉਹਨੂੰ ਪਤਾ ਲੱਗ ਗਿਆ ਗੁਣ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਸੋ ਪੰਨਾ 1080 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਕਹੋ ਨਾਨਕ ਸੇਈ ਜਨ ਊਤਮ, ਜੋ ਭਾਵੇ ਸੁਆਮੀ ਤੁਮ ਮਨਾ। ਕਹੋ ਨਾਨਕ ਸੇਈ ਜਨ ਊਤਮ, ਜੋ ਭਾਵੇ ਸੁਆਮੀ ਤੁਮ ਮਨਾ। ਗੁਰੂ ਜੀ ਕਥਨ ਕਰਦੇ ਹਨ, ਹੇ ਸੁਆਮੀ ਪਰਮਾਤਮਾ, ਜੋ ਆਪ ਜੀ ਦੇ ਮਨ ਨੂੰ ਭਾਉਂਦੇ ਹਨ ਉਹੀ ਉੱਤਮ ਪੁਰਸ਼ ਹਨ। ਉਹਨਾਂ ਦਾ ਜੋ ਕੁਝ ਕੀਤਾ ਹੋਇਆ ਸਫਲ ਹੈ। ਤੀਰਥ ਯਾਤਰਾ, ਦਾਨ ਪੁੰਨ ਜੋ ਵੀ ਹੈ ਉਹਨਾਂ ਦਾ ਸਫਲ ਹੈ, ਜਿਹੜਾ ਤੈਨੂੰ ਮਨਜ਼ੂਰ ਹੋ ਗਿਆ, ਜਿਹਨੇ ਤੇਰੀ ਮਰਜ਼ਾਦਾ ਅਨੁਸਾਰ ਦੱਸੀ ਅਨੁਸਾਰ ਉਹ ਯਤਨ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਵਿਧ ਉਹ ਤਰੀਕਾ ਆ ਗਿਆ, ਉਹਨਾਂ ਦਾ ਹਰ ਕਾਰਜ ਸਫਲ ਹੈ। ਜਿਹੜੇ ਤੇਰੇ ਤਰੀਕੇ ਨੂੰ ਅਦਲ ਬਦਲ ਕਰਦੇ ਹਨ ਉਹਨਾਂ ਨੂੰ ਫਿਰ ਪੂਰਨ ਲਾਹਾ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਕਿਰਪਾ ਕਰਨ, ਸਮਰੱਥਾ ਬਖਸ਼ਣ, ਸਮੱਤ ਬਖਸ਼ਣ, ਪੜ੍ਹਦੇ ਸੁਣਦਿਆਂ ਨੂੰ ਲਾਹੇਵੰਦ ਕਰਨ। ਗੁਰੂ ਪਿਆਰੀ ਸਾਧ ਸੰਗਤ, ਧਰਮ ਦਾ ਪੰਥ ਦਾ ਵਾਧਾ ਹੋਏ, ਏਕਤਾ ਹੋਏ। ਇੰਨੇ ਸਮੇਂ 'ਚ ਇਹਨਾਂ ਕੁਝ ਕਹਿੰਦਿਆਂ ਹੋਇਆਂ ਇਸ ਮੂਰਖ ਅਣਜਾਣ ਜੀਵ ਕੋਲੋਂ ਬੇਅੰਤ ਭੁੱਲਾਂ ਹੋਈਆਂ। ਗੁਰੂ ਕੀ ਸਾਧ ਸੰਗਤ ਮਹਾਂਪੁਰਖ ਸਤਿਗੁਰੂ ਬਖਸ਼ਣ ਯੋਗ ਹੋ, ਅਗਣਾ ਨੂੰ ਨਾ ਚਤਾਰਨਾ ਕਿਤੋਂ ਸੋਝੀ ਬਖਸ਼ਣੀ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਹਿ ਸੋ ਮੇਲ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।